ਧਨਾਸਰੀ ਰਾਗ ਦੇ ਵਿੱਚੋਂ ਭਗਤ ਤ੍ਰਿਲੋਚਨ ਸਾਹਿਬ ਜੀ ਦਾ ਸ਼ਬਦ ਆਪਾਂ ਗਾਇਨ ਕੀਤਾ ਹੈ। ਸੋ ਸ਼ਬਦ ਨੂੰ ਆਪਾਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸ਼ਬਦ ਦੀ ਵਿਚਾਰ ਸ਼ੁਰੂ ਕਰਨ ਤੋਂ ਪਹਿਲਾਂ ਭੂਮਿਕਾ ਦੇ ਤੌਰ ਤੇ ਕੁਝ ਵਿਚਾਰ ਕਹਿ ਦੇਵਾਂ ਤਾਂ ਕਿ ਸਾਨੂੰ ਸ਼ਬਦ ਦੀ ਵਿਚਾਰ ਸਮਝ ਵਿੱਚ ਪੈ ਜਾਵੇ। ਇਹ ਸ਼ਬਦ ਤ੍ਰਿਲੋਚਨ ਜੀ ਦਾ ਹੈ। ਭਗਤ ਤ੍ਰਿਲੋਚਨ ਜੀ ਦਾ ਜਿਹੜਾ ਜਨਮ ਹੈ ਇਹ ਬ੍ਰਾਹਮਣਾਂ ਦੇ ਘਰ ਦਾ ਹੈ, ਪਰ ਸੱਚ ਦੀ ਝਲਕ ਮਿਲੀ, ਪਰਮੇਸ਼ਰ ਨਾਲ ਜੁੜੇ ਤੇ ਭਗਤ ਤ੍ਰਿਲੋਚਨ ਜੀ ਜਿਹੜੇ ਬ੍ਰਾਹਮਣਾਂ ਨੇ ਜਾਨੀ ਕਿ ਗੱਲਾਂ ਬਣਾਈਆਂ ਲੋਕਾਂ ਨੂੰ ਲੁੱਟਣ ਵਾਸਤੇ, ਉਹਨਾਂ ਗੱਲਾਂ ਦਾ ਖੰਡਨ ਕਰ ਰਹੇ ਇਸ ਸ਼ਬਦ ਵਿੱਚ। ਭਗਤ ਤ੍ਰਿਲੋਚਨ ਜੀ ਦਾ ਜਨਮ ਵੀ ਬ੍ਰਾਹਮਣਾਂ ਦੇ ਘਰ ਦਾ ਹੈ, ਪਰ ਉਹ ਬ੍ਰਾਹਮਣਾਂ ਦੇ ਲੁੱਟ ਜਾਲ ਤੋਂ ਦੁਨੀਆ ਨੂੰ ਬਚਾ ਰਹੇ ਹੈ। ਸਿੱਖਿਆ ਮਿਲ ਗਈ, ਜਿਹਨੂੰ ਸੱਚ ਸਮਝ ਆ ਗਿਆ ਉਹ ਜਾਤ ਗੋਤ ਦੇ ਪਿੰਜਰੇ ਚੋਂ ਬਾਹਰ ਨਿਕਲ ਜਾਂਦਾ ਹੈ। ਜਿਹੜਾ ਜਾਤ ਗੋਤ ਦੇ ਪਿੰਜਰੇ 'ਚ ਬੰਦ ਹੈ ਉਹਨੂੰ ਕਦੇ ਵੀ ਸੱਚ ਸਮਝ ਨਹੀਂ ਆ ਸਕਦਾ। ਸੋ ਪਹਿਲੀ ਸਿੱਖਿਆ ਲੈ ਲਓ, ਜੇ ਤੁਸੀਂ ਚਾਹੁੰਦੇ ਹੋ ਸਾਡੀ ਸੁਰਤ ਸੱਚ ਦੇ ਆਕਾਸ਼ ਉਡਾਰੀ ਮਾਰੇ ਤਾਂ ਆਪਣੀ ਜਾਤ ਗੋਤ ਨੂੰ ਭੁੱਲ ਜਾਓ, ਜਾਤ ਗੋਤ ਦੇ ਪਿੰਜਰੇ ਨੂੰ ਤੋੜ ਕੇ ਬਾਹਰ ਨਿਕਲ ਆਓ, ਨਹੀਂ ਤਾਂ ਚੰਦਰਿਆ ਬਰਾਦਰੀਆਂ ਦੀ ਕੈਦ 'ਚ ਹੀ ਮਰ ਜਾਏਗਾ। ਬੋਲੋ ਸਤਨਾਮ। ਹਾਂਜੀ, ਪਹਿਲੀ ਗੱਲ ਨਾਲ ਜੁੜਨਾ ਹੈ, ਜਾਤ ਗੋਤ ਦੇ ਪਿੰਜਰੇ ਚੋਂ ਬਾਹਰ ਨਿਕਲਣਾ ਪੈਂਦਾ ਹੈ। ਇੰਨੀ ਗੱਲ ਆਪਾਂ ਸਮਝ ਲਈ। ਪਿੰਜਰਿਆਂ ਦੀ ਗੱਲ ਚੱਲ ਪਈ, ਇੱਕ ਦੋ ਹੋਰ ਕਹਿ ਦੇਵਾਂ ਗੱਲਾਂ, ਵੈਸੇ ਸ਼ਬਦ ਨਾਲ ਸੰਬੰਧਿਤ ਨਹੀਂ ਕਿਉਂਕਿ ਗੱਲ ਪਿੰਜਰੇ ਦੀ ਚੱਲ ਪਈ। ਇੱਕ ਤਾਂ ਪਿੰਜਰਾ ਇਹ ਤੋੜਨਾ ਪੈਂਦਾ ਜਾਤ ਗੋਤ ਦਾ, ਕਿਉਂਕਿ ਸੱਚ ਹੈ, ਸੱਚ ਯੂਨੀਵਰਸਲ ਹੁੰਦਾ ਹੈ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਵਿਸ਼ਵ ਵਿਆਪੀ, ਸਰਬ ਸਾਂਝਾ। ਸੱਚ ਨੂੰ ਜਾਤਾਂ ਗੋਤਾਂ ਵਰਨਾਂ ਮਜ਼ਹਬਾਂ ਦੇਸਾਂ ਨਸਲਾਂ ਵਿੱਚ ਵੰਡਿਆ ਨਹੀਂ ਜਾ ਸਕਦਾ। ਸੱਚ ਅਣਵੰਡਿਆ ਹੁੰਦਾ ਹੈ ਕਿਉਂਕਿ ਸੱਚ, ਇਸ ਕਰਕੇ ਸੱਚ ਸਰਬ ਸਾਂਝਾ ਹੁੰਦਾ ਹੈ। ਜਿਹਨੂੰ ਸੱਚ ਸਮਝ ਆ ਗਿਆ, ਸਾਰੇ ਸਤਪੁਰਸ਼ ਇੱਕੋ ਮੰਜੀ ਸਾਹਿਬ ਤੇ ਸੁਸ਼ੋਭਤ ਹਨ ਸ਼ਬਦ ਰੂਪ ਦੇ ਵਿੱਚ। ਜਿਹਨੂੰ ਸੱਚ ਸਮਝ ਆ ਗਿਆ, ਰੌਲਾ ਜਿੰਨਾ ਵੀ ਰੌਲਾ ਦੁਨੀਆ ਤੇ ਝੂਠ ਨੇ ਪਾਇਆ, ਝੂਠ ਵੰਡੀਆਂ ਪਾਉਂਦਾ ਹੈ, ਸੱਚ ਸਭ ਨੂੰ ਇੱਕ ਕਰਦਾ ਹੈ। ਉਹ ਦੇਖੋ ਸਾਰਾ ਇੱਕ ਹੈ। ਤਾਂ ਤੇ ਇਸ ਕਰਕੇ ਏਦਾਂ ਆਪਾਂ ਸੱਚ ਨੂੰ ਸਮਝਣਾ ਹੈ। ਸੋ ਪਹਿਲਾ ਨੁਕਤਾ ਸਮਝ ਲਿਆ ਆਪਾਂ, ਦੂਸਰੀ ਕੈਦ ਤੋਂ ਬਾਹਰ ਨਿਕਲਣਾ। ਦੂਜਾ ਪਿੰਜਰਾ, ਬਹੁਤ ਵਾਰੀ ਆਪਾਂ ਆਪਣੇ ਖਿਆਲਾਂ ਦੀ ਕੈਦ ਵਿੱਚ ਮਰ ਜਾਂਦੇ ਹਾਂ ਵੀ ਇੱਧਰੋਂ ਉੱਧਰੋਂ ਸੁਣ ਸੁਣਾ ਕੇ ਜੋ ਸਾਡੇ ਖਿਆਲ ਬਣੇ ਹੁੰਦੇ ਆ ਨਾ, ਉਹਨਾਂ ਖਿਆਲਾਂ ਦੀ ਕੈਦ 'ਚ ਹੀ ਮਰ ਜਾਂਦੀ ਹੈ ਬਹੁਤੀ ਦੁਨੀਆ। ਦੂਜਾ, ਆਪਣੇ ਖਿਆਲਾਂ ਦਾ ਪਿੰਜਰਾ ਤੋੜਨਾ ਪੈਂਦਾ ਹੈ, ਆਪਣੇ ਖਿਆਲਾਂ ਦੀ ਕੈਦ ਵਿੱਚੋਂ ਬਾਹਰ ਨਿਕਲਣਾ ਪੈਂਦਾ ਹੈ। ਤੇ ਤੀਸਰਾ ਪਿੰਜਰਾ ਲੋਕ ਲਾਜ ਦਾ ਤੋੜਨਾ ਪੈਂਦਾ ਹੈ। ਬਹੁਤੇ ਇਸੇ ਖਿਆਲ 'ਚ ਹੀ ਮਰ ਜਾਂਦੇ ਹੈ ਵੀ ਦੁਨੀਆ ਕੀ ਕਹਿੰਦੀ ਹੈ, ਲੋਕ ਚੰਦਰਿਆ ਛੱਡ ਪਰੇ, ਲੋਕ ਕੀ ਕਹਿੰਦੇ ਹੈ, ਧਿਆਨ ਰੱਖਿਆ ਕਰ ਗੁਰੂ ਸਾਹਿਬ ਕੀ ਕਹਿੰਦੇ ਹੈ। ਕੰਨ ਦੁਨੀਆ ਕੰਨੀ ਨਹੀਂ ਰੱਖਣਾ, ਕੰਨ ਕਿਹਦੇ ਕੰਨੀ ਰੱਖਣਾ ਹੈ? ਤੁਸੀਂ ਦੱਸੋ ਵੀ ਅੱਧੀ ਗੱਲ, ਭੈਣਾਂ ਦੱਸਿਓ, ਕੰਨ ਕਿੱਧਰ ਰੱਖਣਾ ਹੈ? ਗੁਰੂ ਵੱਲ। ਕੰਨ ਕਹਿ ਲਓ, ਧਿਆਨ ਕਹਿ ਲਓ, ਇੱਕੋ ਹੀ ਗੱਲ ਹੈ। ਕੰਨਾਂ ਰਾਹੀਂ ਧਿਆਨ ਹੀ ਸੁਣਦਾ ਨਾ। ਸੋ ਧਿਆਨ ਗੁਰੂ ਵੱਲ ਰੱਖਣਾ ਵੀ ਗੁਰੂ ਸਾਹਿਬ ਕੀ ਕਹਿੰਦੇ ਹੈ। ਅਸੀਂ ਧਿਆਨ ਰੱਖਦੇ ਹਾਂ ਲੋਕ ਕੀ ਕਹਿੰਦੇ ਹੈ, ਪਿੰਡ ਵਾਲੇ ਕੀ ਕਹਿੰਦੇ ਹੈ, ਬਰਾਦਰੀ ਕੀ ਕਹਿੰਦੀ ਹੈ। ਲੈ ਮਰਜ਼ੀ ਆਈ ਨਾ ਮਰਜ਼ੀ ਕਿਤੇ, ਕਬੀਰ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣੇ ਹੱਥ। ਉਹ ਦੁਨੀਆ ਨੇ ਨਾਲ ਨਹੀਂ ਜਾਣਾ, ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਛੇਤੀ ਜਾਲ। ਕਹਿੰਦੇ ਅੱਗ ਲਾ ਕੇ ਫੂਕਦੇ ਪਰੇ ਲੋਕਾਂ ਦੀਆਂ ਵਡਿਆਈਆਂ ਨੂੰ। ਨਾਨਕ ਦੁਨੀਆ ਕੀਆਂ ਵਡਿਆਈਆਂ ਅੱਗੀ ਛੇਤੀ ਜਾਲ, ਇੰਨੀ ਜਲੀ ਨਾਮ ਵਸਾਰਿਆ। ਇੱਕ ਨਾ ਚੱਲੀਆਂ ਨਾਲ ਇਹਨਾਂ ਅੱਗ ਲਾਉਣੀਆਂ ਭੁਲਾ ਦਿੱਤਾ। ਇਹ ਅੱਗ ਲਾਉਣੀ ਵਡਿਆਈ ਵਿੱਚੋਂ ਇੱਕ ਵੀ ਨਾਲ ਨਹੀਂ ਜਾਂਦੀ। ਸੋ ਸਿੱਧ ਹੋ ਗਿਆ, ਇਹ ਪਿੰਜਰੇ ਤੋੜ ਦਿਓ ਭਾਈ ਜੇ ਸੱਚ ਰਾਹ ਤੇ ਚੱਲਣਾ ਹੈ। ਜੇ ਚਾਹੁੰਦੇ ਹਾਂ ਸਾਨੂੰ ਰੂਹਾਨੀ ਝਲਕ ਮਿਲੇ, ਸੱਚ ਮਾਰਗ ਤੇ ਤੁਰੀਏ, ਤਾਂ ਹੁਣ ਇੱਧਰ ਭਗਤ ਤ੍ਰਿਲੋਚਨ ਸਾਹਿਬ ਜੀ ਜਾਤ ਗੋਤ ਦੇ ਪਿੰਜਰੇ ਚੋਂ ਬਾਹਰ ਨਿਕਲ ਗਏ। 11 ਭੱਟ ਸਾਹਿਬਾਨ ਵੀ ਜਾਤ ਗੋਤ ਦੇ ਪਿੰਜਰੇ ਚੋਂ ਬਾਹਰ ਨਿਕਲੇ ਹੋਏ ਗੁਰੂ ਸਾਹਿਬ ਦੇ ਨਾਲ ਹੀ ਬੈਠੇ ਆ ਨਾ, ਇਹਨੂੰ ਸੱਚ ਸਮਝ ਆ ਗਿਆ। ਚਲੋ
ਹੁਣ ਭਗਤ ਤਰਲੋਚਨ ਜੀ ਇਸ ਸ਼ਬਦ ਵਿੱਚ ਹਵਾਲੇ ਦੇ ਕੇ ਗੱਲ ਕਹਿ ਰਹੇ ਆ, ਜਿਹੜੀਆਂ ਗੱਲਾਂ ਬਣਾਈਆਂ ਉਹਨਾਂ ਨੇ, ਉਹਨਾਂ ਦੀਆਂ ਬਣਾਈਆਂ ਗੱਲਾਂ ਦਾ ਹਵਾਲਾ ਦੇ ਕੇ ਗੱਲ ਸਮਝਾ ਰਹੇ ਆ। ਭਾਵ ਕਿ ਨਾਲ ਨਾਲ ਇਸ ਸ਼ਬਦ ਦੇ ਵਿੱਚ ਪੁਰਾਣਕ ਹਵਾਲੇ ਦਿੱਤੇ ਹੋਏ ਆ ਭਗਤ ਤਰਲੋਚਨ ਜੀ ਨੇ, ਵੀ ਤੁਸੀਂ ਇਹ ਗੱਲ ਕਹਿੰਦੇ ਹੋ ਤੇ ਨਾਲ ਨਾਲ ਤੁਸੀਂ ਦੁਨੀਆ ਨੂੰ ਇਹ ਗੱਲ ਵੀ ਕਹਿੰਦੇ ਹੋ, ਤੇ ਫਿਰ ਇਦਾਂ ਕਿਸ ਤਰ੍ਹਾਂ ਹੋ ਜਾਵੇਗਾ। ਸੋ ਇਦਾਂ ਭਾਵ ਕਿ ਹਵਾਲੇ ਦੇ ਦੇ ਕੇ ਇਸ ਸ਼ਬਦ ਵਿੱਚ ਭਗਤ ਤਰਲੋਚਨ ਜੀ ਨੇ ਗੱਲ ਸਮਝਾਈ ਹੈ ਵੀ ਪੁਜਾਰੀਵਾਦ ਦੇ ਜਾਲ ਤੋਂ ਬਚੋ। ਪੁਜਾਰੀਵਾਦ ਦਾ ਲੁੱਟ ਜਾਲ ਹੁੰਦਾ ਹੈ, ਤੇ ਭਗਤ ਤਰਲੋਚਨ ਜੀ ਇਸ ਕਰਮਕਾਂਡੀ ਜਾਲ ਨੂੰ ਸਮਝਾਉਂਦੇ ਆ। ਜਿਹੜੇ ਇਹਦੇ ਵਿੱਚ ਹਵਾਲੇ ਦਿੱਤੇ ਹੋਏ ਆ ਉਹ ਸਮਝਾਉਣ ਵਾਸਤੇ ਹਵਾਲਾ ਰੂਪ ਹੈ। ਭਾਵ ਇਹ ਨਹੀਂ ਵੀ ਗੁਰਬਾਣੀ ਵਿੱਚ ਜਿਹੜਾ ਹਵਾਲਾ ਦੇਤਾ ਵੀ ਗੁਰਬਾਣੀ ਨੇ ਉਸ ਗੱਲ ਨੂੰ ਸੱਚ ਮੰਨ ਲਿਆ, ਨਹੀਂ। ਹਵਾਲਾ ਦੇਣ ਦਾ ਮਕਸਦ ਕੀ ਹੁੰਦਾ ਹੈ? ਆਪਣਾ ਮੈਸੇਜ ਦੇਣਾ। ਸੋ ਭਗਤ ਤਰਲੋਚਨ ਜੀ ਉਸ ਹਵਾਲੇ ਰਾਹੀਂ ਆਪਣਾ ਸੁਨੇਹਾ ਦੇਣਾ ਚਾਹੁੰਦੇ ਆ ਦੁਨੀਆ ਨੂੰ, ਕੀ ਉਹ ਵਿੱਚ ਹੁਣ ਸਮਝਾਂਗੇ। ਇਹ ਹੈ ਜਾਨੀ ਕਿ ਸ਼ਬਦ ਦੀ ਭੂਮਿਕਾ ਦੇ ਤੌਰ ਤੇ ਆਪਾਂ ਕੁਝ ਗੱਲ ਕੀਤੀ ਹੈ ਸੰਖੇਪ ਦੇ ਵਿੱਚ। ਆਓ ਹੁਣ ਇੱਕ ਇੱਕ ਪੰਕਤੀ ਨੂੰ ਪੜ੍ਹ ਕੇ ਆਪਾਂ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਧਨਾਸਰੀ ਬਾਣੀ ਭਗਤਾਂ ਕੀ ਤਿਰਲੋਚਨ, ਇਹ ਸ਼ਬਦ ਦਾ ਸਰਲੇਖ ਹੈ। ਧਨਾਸਰੀ ਬਾਣੀ ਭਗਤਾਂ ਕੀ ਤਿਰਲੋਚਨ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇੱਕ ਅਕਾਲ ਪੁਰਖ ਇੱਕ ਰਸ ਵਿਆਪਕ ਹੈ, ਜੋ ਸੱਚੇ ਗਿਆਨ ਦੀ ਕਿਰਪਾ ਨਾਲ ਮਿਲਦਾ ਹੈ। ਨਾਰਾਇਣ ਨਿੰਦਸ ਕਾਇ ਭੂਲੀ ਗਾਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ ਰਹਾਓ। ਭਗਤ ਆਪਣੀ ਜਿੰਦੜੀ ਨੂੰ ਸੰਬੋਧਨ ਕਰਕੇ ਕਹਿ ਰਹੇ ਹੈ, ਸੰਬੋਧਨ ਆਪਣੀ ਜਿੰਦ ਨੂੰ ਕਰ ਰਹੇ ਹੈ, ਗਿਆਨ ਸਾਰੀ ਦੁਨੀਆ ਨੂੰ ਦੇ ਰਹੇ ਹੈ। ਖੁਦ ਸੱਜਣ ਵੇਸਲੇ ਹੈ ਜੀ, ਸਾਵਧਾਨ ਹੋ ਕੇ। ਇਹ ਮੈਂ ਕੋਲੋਂ ਨਹੀਂ ਕਿਹਾ, ਬਾਣੀ 'ਚ ਫੈਸਲਾ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ। ਸਾਵਧਾਨ ਹੋ ਕੇ ਬੈਠੀਏ, ਇਕਾਗਰ ਹੋ ਕੇ ਸੁਣੀਏ। ਹਾਂਜੀ, ਆਪਾਂ ਸਮਝ। ਨਾਰਾਇਣ ਨਿੰਦਸ ਕਾਇ ਭੂਲੀ ਗਾਵਾਰੀ। ਹੁਣ ਆਪਣੀ ਜਿੰਦੜੀ ਨੂੰ ਸੰਬੋਧਨ ਕਰਕੇ ਕਹਿ ਰਹੇ ਆ, ਗਿਆਨ ਸਾਰੀ ਦੁਨੀਆ ਨੂੰ ਦੇ ਰਹੇ ਹੈ, ਸੰਬੋਧਨ ਆਪਣੀ ਜਿੰਦ ਨੂੰ ਕਰ ਰਹੇ ਹੈ। ਕਹਿੰਦੇ ਐ ਮੇਰੀ ਮੂਰਖ ਤੇ ਭੁੱਲੜ ਜਿੰਦੜੀਏ, ਤੂੰ ਪਰਮੇਸ਼ਰ ਦੀ ਨਿੰਦਾ ਕਾਤੇ ਕਰਦੀ ਹੈ। ਨਾਰਾਇਣ ਨਿੰਦਸ ਕਾਇ ਭੂਲੀ ਗਾਵਾਰੀ। ਭੂਲੀ ਦਾ ਅਰਥ ਭੁੱਲੀ, ਗਵਾਰੀ ਦਾ ਅਰਥ ਮੂਰਖ। ਐ ਮੇਰੀ ਮੂਰਖ ਤੇ ਭੁੱਲੜ ਜਿੰਦੜੀਏ, ਮਾਲਕ ਦੀ ਨਿੰਦਾ ਕਿਉਂ ਕਰਦੀ ਹੈ। ਤਰਲੋਚਨ ਜੀ ਦੀ ਜਿੰਦ ਨਹੀਂ ਨਿੰਦਾ ਕਰਦੀ, ਤਾਂ ਆਪਾਂ ਨੂੰ ਸਮਝਾਉਣ ਵਾਸਤੇ ਆਪਣੀ ਜਿੰਦ ਨੂੰ ਸੰਬੋਧਨ ਕਰਕੇ ਕਹਿ ਰਹੇ ਆ। ਨਾਰਾਇਣ ਨਿੰਦਸ ਕਾਇ ਭੂਲੀ ਗਾਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ ਰਹਾਓ। ਇਹ ਮੰਦਾ ਚੰਗਾ ਤੇਰਾ ਆਪਣਾ ਕਰਮ ਹੈ। ਦੁਕ੍ਰਿਤ ਦਾ ਅਰਥ ਕੀ ਹੁੰਦਾ? ਬੁਰਾ ਕੰਮ। ਸੁਕ੍ਰਿਤ ਦਾ ਅਰਥ ਕੀ ਹੁੰਦਾ? ਚੰਗਾ ਕੰਮ। ਮੰਦਾ ਚੰਗਾ ਤੇਰਾ ਆਪਣਾ ਕਰਮ ਹੈ। ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ, ਭਾਵ ਕਿ ਇਹ ਦੁੱਖ ਸੁੱਖ ਤੇਰੇ ਆਪਣੇ ਹੀ ਮੰਦੇ ਚੰਗੇ ਕਰਮ ਦਾ ਫਲ ਹੈ। ਜਿੰਦੜੀਏ ਰੱਬ ਦੀ ਨਿੰਦਾ ਕਾਤੇ ਕਰਦੀ ਹੈ। ਬਹੁਤ ਲੋਕ ਦੇਖਿਆ ਨਾ, ਰੱਬ ਦੀ ਨਿੰਦਾ ਕਰਦੇ ਆ ਸ਼ਰੇਆਮ। ਕੋਈ ਤਕਲੀਫ ਆ ਗਈ ਨਾ, ਸ਼ਰੇਆਮ ਕਹਿੰਦੇ ਦੇਖਿਆ ਰੱਬ ਦਾ ਪਤਾ ਨਹੀਂ ਸਾਡੇ ਨਾਲ ਕੀ ਬੈਰ ਹੈ। ਕਈ ਭੈਣਾਂ ਕਹਿੰਦੀਆਂ ਸਾਡਾ ਤਾਂ ਰੱਬ ਹੀ ਬੈਰੀ ਬਣਿਆ ਪਿਆ। ਬੋਲੋ ਸਤਨਾਮ। ਉਹ ਐਡੀ ਨਿੰਦਾ ਰੱਬ ਦੀ ਦੱਸ ਦਿਓ। ਬਹੁਤ ਲੋਕ ਔਖੇ ਹੋਏ ਕਹਿੰਦੇ ਆ ਸਾਡਾ ਤਾਂ ਰੱਬ ਹੀ ਬੈਰੀ ਬਣਿਆ ਪਿਆ, ਸਾਡਾ ਤਾਂ ਪਤਾ ਨਹੀਂ ਰੱਬ ਦਾ ਕੀ ਬੈਰ ਹੈ। ਵੈਰੀ ਹੈ ਜੋ ਤਾਂ ਨਿਰਵੈਰ ਹੈ। ਨਿਰਵੈਰ ਹੈ, ਇਹ ਤੇਰਾ ਆਪਣਾ ਹੀ ਮੰਦਾ ਚੰਗਾ ਕਰਮ ਹੈ। ਜਿੰਦੜੀਏ ਮੰਦਾ ਚੰਗਾ ਕੰਮ ਤੇਰਾ ਕਰਮ ਤੇਰਾ ਆਪਣਾ, ਤੂੰ ਨਿੰਦਾ ਰੱਬ ਦੀ ਕਰਦੀ ਹੈ। ਦੁਰੀ ਵਗਿਆ ਹੋ ਗਈ। ਦੱਦਾ ਦੋਸ਼ ਨਾ ਦਿਉ ਕਿਸੈ, ਦੋਸ਼ ਕਰਮਾਂ ਆਪਣਿਆਂ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਨਾਰਾਇਣ ਨਿੰਦਸ ਕਾਇ ਭੂਲੀ ਗਾਵਾਰੀ, ਦੁਕ੍ਰਿਤ ਸੁਕ੍ਰਿਤ ਥਾਰੋ ਕਰਮਰੀ ਰਹਾਓ। ਸ਼ੰਕਰਾ ਮਸਤਕ ਵਸਤਾ ਸੁਰਸਰੀ ਇਸ਼ਨਾਨ ਰੇ, ਕੁੜ ਜਨ ਮੱਦੇ ਮਿਲਿਓ ਸਾਰਿੰਗ ਪਾਣ ਰੇ।
ਕਰਮ ਕਰ ਕਲੰਕ ਮਫੀਟ ਸਰੀ। ਪਹਿਲਾ ਹਵਾਲਾ ਦਿੰਦੇ ਨੇ ਭਗਤ ਤਰਲੋਚਨ ਜੀ ਵੀ ਦੇਖ ਦੁਨੀਆ ਆਪਣੇ ਮਾੜੇ ਕਰਮ ਦੇ ਫਲ ਤੋਂ ਬਚਣ ਵਾਸਤੇ, ਮਾੜਾ ਕੰਮ ਕੱਟਣ ਵਾਸਤੇ ਬਹੁਤ ਕੁਛ ਕਰਦੀ ਹੈ, ਪਰ ਜ਼ਿੰਦਗੀ ਕਿਸੇ ਦਾ ਕਰਮ ਨਹੀਂ ਕੋਈ ਕੱਟ ਸਕਦਾ। ਸਿੱਖਿਆ ਆਪਾਂ ਨੂੰ ਹੈ। ਹਵਾਲਾ ਕੀ ਦਿੱਤਾ ਪਹਿਲਾਂ? ਆਹ ਦੇਖ ਨਹੀਂ, ਆਹ ਦੇਖ ਮੇਰੀ ਜ਼ਿੰਦਗੀ, ਆਹ ਦੇਖ ਲੈ ਇੱਕ ਬ੍ਰਾਹਮਣਾਂ ਨੇ ਗੱਲ ਬਣਾਈ ਹੈ। ਗੱਲ ਕੀ ਬਣਾਈ ਹੈ? ਉਹਨਾਂ ਦੀ ਬਣਾਈ ਗੱਲ ਦਾ ਹਵਾਲਾ ਦਿੰਦੇ ਹੈ। ਮਸਤਕ ਅਵਸਥਾ, ਇਹ ਕਹਿੰਦੇ ਨੇ ਕਿ ਜਿਹੜਾ ਚੰਦਰਮਾ ਹੈ ਇਹ ਸ਼ਿਵ ਜੀ ਦੇ ਮੱਥੇ ਵਿੱਚ ਵੱਸਦਾ ਹੈ। ਸ਼ੰਕਰਾ ਮਸਤਕ ਅਵਸਥਾ, ਸ਼ੰਕਰਾ ਸ਼ਿਵ ਜੀ। ਇਹ ਹਵਾਲਾ ਭੁੱਲ ਨਾ ਜਾਓ ਜੀ, ਵਿੱਚ ਦੀ ਮੈਨੂੰ ਵਾਰ-ਵਾਰ ਤਾਂ ਕਹਿਣਾ ਪੈ ਰਿਹਾ, ਕਿਤੇ ਨਾ ਸਮਝ ਲਿਓ ਵੀ ਇਸ ਪੰਕਤੀ ਤੋਂ ਤੁਸੀਂ ਇਹ ਸਮਝੋ ਵੀ ਪਤਾ ਨਹੀਂ ਗੁਰਬਾਣੀ ਨੇ ਵੀ ਮੰਨ ਲਿਆ ਵੀ ਚੰਦਰਮਾ ਸ਼ਿਵ ਜੀ ਦੇ ਮੱਥੇ 'ਚ ਰਹਿੰਦਾ ਹੈ। ਨਹੀਂ ਨਹੀਂ ਨਹੀਂ, ਇਹ ਹਵਾਲਾ ਹੈ ਵੀ ਗੱਲ ਪ੍ਰਚਲਿਤ ਕੀਤੀ ਹੋਈ ਹੈ ਪੁਜਾਰੀ ਨੇ, ਇਹ ਹਵਾਲਾ ਦਿੱਤਾ ਹੈ। ਨਹੀਂ ਤਾਂ ਤੁਹਾਨੂੰ ਪਤਾ ਹੀ ਹੈ ਚੰਦਰਮਾ ਤੇ ਵਿਗਿਆਨੀ ਵੀ ਜਾਇਆ ਹੈ ਉੱਥੇ ਸ਼ਿਵ। ਹਾਂਜੀ, ਦੱਸਣਾ ਪੈਂਦਾ ਨਾ। 21 ਜੂਨ 1969 ਈਸਵੀ ਨੂੰ 2 ਅਮਰੀਕਾ ਦੇ ਵਿਗਿਆਨੀ ਚੰਦਰਮਾ ਤੇ ਉਤਰੇ ਸੀ ਨਾ, ਨੀਲ ਆਰਮਸਟਰਾਂਗ ਤੇ ਐਡਵਿਨ ਐਲਡਰਿਨ। 21 ਜੂਨ 1969 ਈਸਵੀ ਨੂੰ। ਚਲੋ, ਭਾਵੇਂ ਤਾਂ ਪ੍ਰਚਲਿਤ ਗੱਲ ਦਾ ਹਵਾਲਾ ਦਿੱਤਾ ਹੈ। ਹੁਣ ਸਮਝੇ ਨਾ ਵੀ ਹਵਾਲੇ ਹੁੰਦੇ ਆ, ਤੇ ਜਿਹੜੀ ਗੱਲ ਪ੍ਰਚਲਿਤ ਹੈ ਉਸ ਪ੍ਰਚਲਿਤ ਗੱਲ ਦਾ ਹਵਾਲਾ ਦੇ ਕੇ ਸਿੱਖਿਆ ਦੇਣੀ। ਕਹਿੰਦੇ ਵੇਖ, ਇਹਨਾਂ ਨੇ ਗੱਲ ਬਣਾਈ ਹੋਈ ਹੈ, ਕਹਿੰਦੇ ਵੀ ਚੰਦਰਮਾ ਸ਼ਿਵ ਜੀ ਦੇ ਮੱਥੇ ਵਿੱਚ ਵੱਸਦਾ ਹੈ। ਸ਼ੰਕਰਾ ਮਸਤਕ ਅਵਸਥਾ ਸੁਰਸ। ਇਹਦਾ ਭਾਵ ਬਣ ਗਿਆ ਵੀ ਚੰਦਰਮਾ ਫਿਰ ਗੰਗਾ ਦਾ ਇਸ਼ਨਾਨ ਵੀ ਲਗਾਤਾਰ ਕਰ ਰਿਹਾ ਹੈ, ਕਿਉਂਕਿ ਇਹਨਾਂ ਦੀ ਲਿਖਤੀ ਇਹ ਕਹਿੰਦੀ ਹੈ ਵੀ ਗੰਗਾ ਪਹਿਲਾਂ ਸ਼ਿਵ ਜੀ ਦੀਆਂ ਜਟਾਂ 'ਚ ਪੈਂਦੀ ਹੈ ਤੇ ਫਿਰ ਅੱਗੇ ਆਉਂਦੀ ਹੈ। ਲਿਖਤ ਇਹਨਾਂ ਦੀ ਕਹਿੰਦੀ ਹੈ। ਤੇ ਫਿਰ ਇਹ ਕਹਿੰਦੇ ਨੇ ਚੰਦਰਮਾ ਸ਼ਿਵ ਜੀ ਦੇ ਮੱਥੇ 'ਚ ਵੱਸਦਾ। ਇਹਦਾ ਮਤਲਬ ਚੰਦਰਮਾ ਦਾ ਲਗਾਤਾਰ ਗੰਗਾ ਦਾ ਇਸ਼ਨਾਨ ਵੀ ਹੋ ਰਿਹਾ ਹੈ। ਇਹਦਾ ਮਤਲਬ ਤਾਂ ਗੰਗਾ ਦਾ ਇਸ਼ਨਾਨ ਵੀ ਉਹ ਕਰ ਰਿਹਾ ਨਾਲ ਨਾਲ। ਸੁਰਸਰੀ ਇਸ਼ਨਾਨ ਰੇ ਕੁੜ ਜਨ ਮੱਦੇ ਪਾਣ ਰੇ। ਫਿਰ ਇਹਨਾਂ ਦੀ ਲਿਖਤ ਇਹ ਵੀ ਕਹਿੰਦੀ ਹੈ ਜਿੰਦੜਗੇ ਵੀ ਚੰਦਰਮਾ ਦੀ ਕੁਲ ਦੇ ਵਿੱਚ ਕ੍ਰਿਸ਼ਨ ਦਾ ਅਵਤਾਰ ਹੋਇਆ। ਕ੍ਰਿਸ਼ਨ ਦਾ ਅਵਤਾਰ ਹੋਇਆ। ਕੁੜ ਜਨ ਮੱਦੇ ਮਿਲਿਓ ਸਾਰੰਗ ਪਾਣ ਰੇ, ਕਰਮ ਕਰ ਕਲੰਕ ਮਫੀਟ ਸਰੀ। ਪਰ ਵੇਖ ਜਿੰਦੜਗੇ ਇਹ ਖੁਦ ਇਹ ਗੱਲ ਮੰਨਦੇ ਐ, ਇਹਨਾਂ ਦੇ ਲਿਖਤਾਂ 'ਚ ਮੰਨੀ ਹੈ ਵੀ ਜਿਹੜਾ ਚੰਦਰਮਾ ਨੂੰ ਗੌਤਮ ਰਿਸ਼ੀ ਨੇ ਕਲੰਕ ਲਾਇਆ ਉਹ ਮਿਟਿਆ ਨਹੀਂ। ਕਰਮ ਕਰ, ਕਰਮ ਕਰਨ ਕਰਕੇ, ਉਹ ਭੈੜਾ ਕਰਮ ਕਰਨ ਕਰਕੇ, ਕਰਮ ਕਰ ਕਲੰਕ ਮਫੀਟ ਸਰੀ। ਮਫੀਟਸ ਦਾ ਭਾਵ ਵੀ ਉਹ ਦਾਗ ਦੂਰ ਹੋਇਆ ਨਹੀਂ, ਕਲੰਕ ਮਿਟਿਆ ਨਹੀਂ। ਮਿਟਿਆ ਨਹੀਂ ਕਹਿ ਲਓ ਮਫੀਟਸ ਦਾ ਅਰਥ ਵੀ ਉਹ ਕਲੰਕ ਮਿਟਿਆ ਨਹੀਂ। ਇਹ ਆਪ ਮੰਨਦੇ ਆ ਇਸ ਗੱਲ ਨੂੰ। ਉਹ ਕਲੰਕ ਕਿਵੇਂ? ਹੁਣ ਹਵਾਲਾ ਥੋੜਾ ਜਿਹਾ ਖੋਲ੍ਹਣਾ ਪਊ। ਇਹਨਾਂ ਦੀ ਲਿਖਤ ਕਹਿੰਦੀ ਹੈ ਕਿ ਜਿਸ ਵੇਲੇ ਇੰਦਰ ਨੇ ਗੌਤਮ ਰਿਸ਼ੀ ਦੀ ਅਹਿਲਿਆ ਇਸਤਰੀ ਨਾਲ ਬਲਾਤਕਾਰ ਕੀਤਾ, ਕਹਿੰਦੇ ਉਸ ਵੇਲੇ ਚੰਦਰਮਾ ਨੇ ਕਹਿੰਦੇ ਬਣ ਕੇ ਵਾਂਗ ਦਿੱਤੀ। ਇਹਨਾਂ ਦੀਆਂ ਲਿਖਤਾਂ ਕਹਿੰਦੀਆਂ ਇਹ ਗੱਲ, ਹਵਾਲੇ ਆ ਤਾਂ ਤੇ ਉਸ ਵੇਲੇ ਕਹਿੰਦੇ ਫਿਰ ਗੌਤਮ ਰਿਸ਼ੀ ਨੇ ਕਹਿੰਦੇ ਚੰਦਰਮਾ ਨੂੰ ਕਲੰਕ ਲਾਇਆ। ਉਹ ਜਿਹੜਾ ਜਾਨੀ ਕਿ ਇੰਦਰ ਨੇ ਗੌਤਮ ਰਿਸ਼ੀ ਦੀ ਅਹਿਲਿਆ ਇਸਤਰੀ ਨਾਲ ਬਲਾਤ ਕਰਨ ਵੇਲੇ ਚੰਦਰਮਾ ਨੇ ਜਿਹੜੀ ਇੰਦਰ ਦੀ ਮਦਦ ਕੀਤੀ, ਉਹ ਭੈੜੇ ਕਰਮ ਦੀ ਮਦਦ ਕਰਨ ਕਰਕੇ ਜਿਹੜਾ ਕਲੰਕ ਲੱਗਿਆ ਚੰਦਰਮਾ ਨੂੰ, ਕਹਿੰਦੇ ਉਹ ਅਜੇ ਤੱਕ ਦੂਰ ਨਹੀਂ ਹੋਇਆ, ਮਿਟਿਆ ਨਹੀਂ। ਕਰਮ ਕਰ ਕਲੰਕ ਸਰੀ। ਹੁਣ ਇਹ ਹਵਾਲਾ ਦੇਣ ਦਾ ਭਾਵ ਕੀ ਹੋ ਗਿਆ, ਸਮਝ ਗਏ? ਇਹ ਤਾਂ ਹੋ ਗਏ ਅਰਥ। ਹੁਣ ਇਹ ਹਵਾਲਾ ਦੇ ਕੇ ਮੈਸੇਜ ਕੀ ਦੇਣਾ ਚਾਹੁੰਦੇ, ਆਪਾਂ ਨੂੰ ਸੁਨੇਹਾ ਕੀ ਦੇਣਾ ਚਾਹੁੰਦੇ ਆ ਭਗਤ ਤਰਲੋਚਨ ਸਾਹਿਬ ਜੀ? ਸੁਨੇਹਾ ਇਹ ਦੇਣਾ ਚਾਹੁੰਦੇ ਆ ਵੀ ਇਹ ਪੁਜਾਰੀ ਬ੍ਰਾਹਮਣ ਤੁਹਾਨੂੰ ਕਹਿੰਦੇ ਆ, ਪੁਜਾਰੀ ਭਾਵ ਪੂਜਾ ਭੇਟਾ ਦੇ ਚੱਕਰ 'ਚ ਪਏ ਹੋਏ, ਜਾਤ ਬਰਾਦਰੀ ਦਾ ਵਿਰੋਧ ਨਹੀਂ। ਉਹ ਤਾਂ ਪਹਿਲਾਂ ਹੀ ਦੱਸਦਾ ਵੀ ਖੁਦ ਤਰਲੋਚਨ ਜੀ ਦਾ ਬ੍ਰਾਹਮਣਾਂ ਦੇ ਘਰ ਦਾ ਜਨਮ ਹੈ। ਸੋ ਇਹ ਪੁਜਾਰੀ ਬ੍ਰਾਹਮਣ ਤੁਹਾਨੂੰ ਕਹਿੰਦੇ ਆ ਵੀ ਤੁਸੀਂ ਗੰਗਾ 'ਚ ਇਸ਼ਨਾਨ ਕਰੋ, ਤੁਹਾਡੇ ਪਾਪ ਧੋਤੇ ਜਾਣਗੇ। ਕਹਿੰਦੇ ਆ ਨਾ, ਕਹਿੰਦੇ ਆ ਤੇ ਤੁਸੀਂ ਆਹ ਪੂਜਾ ਕਰੋ, ਆਹ ਪੂਜਾ ਕਰੋ, ਸ਼ਿਵ ਜੀ ਦੀ ਪੂਜਾ ਕਰੋ, ਤੁਹਾਡੇ ਪਾਪ ਕੱਟੇ ਜਾਣਗੇ। ਉਹ ਹਵਾਲਾ ਦਿੱਤਾ ਹੈ ਵੀ ਤੁਸੀਂ ਖੁਦ ਕਹਿੰਦੇ ਹੋ ਵੀ ਚੰਦਰਮਾ ਸ਼ਿਵ ਜੀ ਦੇ ਮੱਥੇ 'ਚ ਵੱਸਦਾ ਹੈ। ਤੁਸੀਂ ਖੁਦ ਕਹਿੰਦੇ ਹੋ ਵੀ ਗੰਗਾ
शिव जी दे पहला सिर दे विच पैंदी है फिर अगे आउंदी है, तुसीं मनदे हो, ਇਹਦਾ मतलब लगातार इशनान हो रहा है ते ਉਹਦਾ कलंक मिटिया नहीं, ਤੇ फिर गंगा इशनान करके ਜਾਂ शिव जी ਨੂੰ ਮੰਨ ਕੇ ਹੋਰ ਕਿਸੇ ਦਾ कलंक ਹੋਰ ਕਿਸੇ ਦਾ पाप किवें ਕੱਟਿਆ ਜਾਊਗਾ। ਭਾਵ शिव जी ਦੀ पूजा ਜਾਂ गंगा ਦਾ इशनान ਕਿਸੇ ਦਾ जिंदड़िए कुछ सवार नहीं सकता, ये खुद मनते है, ਮੰਨਦੇ ਨੇ ਇਹ ਗੱਲ ਨੂੰ। ਇਹ ਵੇਖ ਲਾ जिंदड़िए इदां कलंक ਕਿਸੇ ਦੇ नहीं मिटे, तू सोचे भी चल मैं नहा लवां मेरा कलंक मिट जाए, ना ना, भाव अर्थ मैसेज सुनेहा देता ना। सो दूजा हवाला दिंदे ने, हुण दूजा हवाला आ गया, विश्व का दीपक स्वामी ताचेरे स्वार्थी पंख ताचे बांधवा करम कर अरुण पिंगलारी। देख जिंदड़िए इन्हां दियां लिखतां गल कहिंदियां भी जिहड़ा अरुण है इहदा मालक है सूरज, विश्व का दीपक स्वामी। विश्व का दीपक का अर्थ की बन गया, संसार का दीवा भाव सूरज, स्वामी का अर्थ मालक। ये कहते ने दा मालक है सूरज ते अरुण सूरज का रथवाही है, इन्हां दी लिखते गल कहिंदी है। विश्व का दीपक स्वामी ताचेरे स्वार्थी, कहते अरुण सूरज का रथवाही है, ताचेरे स्वार्थी पंखी राय गरुड़ ताचे वाधवा। इन्हां दी लिखत कहती है भी जिहड़ा पंछियां दा राज कहते वो अरुण का भाई है, पंखी राय गरुड़ ताचे बांधवा करम कर अरुण पिंगलारी। पर इन्हां दी लिखते भी कहती है भी अरुण ने एक ऐसा भैड़ा कर्म किया जिहदे करके अरुण पिंगला रहा, भाव ओहदियां लत्तां मरियां रहियां, लत्तां मरे वाले नूं पिंगला कहने आ ना आपां, कहते वो पिंगला ही रहा। कर्म की कीता इन्हां दी लिखत दसदी है। कहते एक बारी कहते अरुण ने की कीता, कहते ना एक अक दा टिड्डा फड़िया, टिड्डा फड़िया ओहदे विच जानी कि ओहदियां लत्तां तोड़ के ओहदे विच सूल चोभ के ते ओहनूं घुमा के सिट दिता। कहते एक टिड्डे दियां लत्तां तोड़ियां सी कहते अरुण ने, कहते कर्म करन करके कहते अरुण दियां अपनियां लत्तां मरियां, कहते वो पिंगला ही रहा। ये मैसेज की दिता है, भाव के दुनिया के लोगों सोनू पुजारी बामण कहते हैं सूरज की पूजा करो, कहते हैं ना सूरज की पूजा करो, फिर तुहानूं पुजारी बामण कहते हैं जी गरड देख लो, गरड वो दशहरे वाले दिन गरड दिस जे किते वो पाप ही कट्टे जान, दुनिया कमली हुई तुरी फिरदी है दशहरे वाले दिन, गरड दिस जे गरड दिस जे। ये हवाला दिता है भगत तलोचन जी ने भी ये कहते ने भी गरड अरुण का भाई है ते सूरज अरुण का मालक है। जदों सूरज दा ते गरड आपदे भाई दा एक टिड्डे दियां लत्तां तोड़न वाला कर्म नहीं कट सके, वो तुहाडा कर्म कित्थों कट देणगे? बोलो सतनाम। वो सोडा कर्म किवें कट्टे जाऊ गरड देख के जां सूरज की पूजा करके? तुहाडा की एक टिड्डे दियां लत्तां तोड़न वाला कर्म भी नहीं कट सके कहंदे तां, ते तुहाडा की कर्म कट देणगे? ये तुहानूं की प्राप्त होऊगा? ये हवाला देता। फिर याद रखियो पंक्ति, देखो जो अर्थ समझ आउंदे ना फिर गुरबाणी कितनी मिठी ते स्वाद लगदी है ना। देखो जे हुण आपां नूं अर्थ ना पता हुण फिर की पता लगदा, माफ करना। इसे करके असीं वार-वार कहंदे हां समझिया करो, बहुत गहरा ज्ञान है। सो हुण आपां दूजा हवाला समझ लिया, विश्व का दीपक स्वामी ताचेरे स्वार्थी पंखी राय गरड ताचे बांधवा कर्म कर अरुण पिंगला हरी। सिक्ख्या ले लो भी सूरज की पूजा जां किसी पंछी नूं देख के किसी का कुछ नहीं सबरदा। तीजा हवाला दिंदे है, अणिक पातक हरता त्रिभवन नाथरी तीर्थ तीर्थ भ्रमता लहै ना पाररी कर्म कर कपाल मफीट सरी। कहंदे वेख जिंदड़िए ये कहंदे ने, कहंदे शिव जी अनेकां पापां दा नाश करदा है। अणिक पातक हरता, पातक कहंदे पापां नूं, ये कहंदे है अणिक पातक हरता त्रिभवन नाथरी, कहंदे तिन्ना लोकां दा नाथ है। ये कहंदे ने, ये कहंदे ने गुरमत तां कहंदी है सर्ब सच है, एक दूजा नाही कोई, हवाले है तां कदे भुलेखा खा जाओ। अणिक पातक हरता त्रिभवन नाथरी तीर्थ तीर्थ भ्रमता लहै ना पाररी। इन्हां दियां लिखतां कहंदियां जिंदड़िए
ਵੀ शिव जी भी बहुत तीर्थां ਦੇ ਉੱਤੇ ਭਰਮਦਾ ਰਿਹਾ, ਭਟਕਦਾ ਰਿਹਾ। ਤੀਰਥ ਤੀਰਥ ਭਰਮਤਾ, ਲਾਹੈ ਨਾ ਪਾਰ ਰੀ, ਕਹਿੰਦੇ ਪਾਰ ਉਤਾਰਾ ਨਾ ਹੋਇਆ ਕਿਤੋਂ ਵੀ। ਇਹ ਇਹਨਾਂ ਦੀ ਲਿਖਤ ਕਿਵੇਂ ਨਹੀਂ ਪਾਰ ਉਤਾਰਾ ਹੋਇਆ? ਕਹਿੰਦੇ ਕਰਮ ਕਰ ਕਪਾਲ ਮਫੀਟ ਸਰੀ। ਇਹਨਾਂ ਦੀ ਲਿਖਤ ਕਹਿੰਦੀ ਹੈ ਕਿ शिव जी ਨੇ ਵੀ ਇੱਕ ਐਸਾ ਕਰਮ ਕੀਤਾ, ਉਹ ਤੀਰਥਾਂ ਦੇ ਉੱਤੇ ਭਟਕਦਾ ਰਿਹਾ, ਕਹਿੰਦੇ ਕਿਹੜਾ ਨਾ ਛੁੱਟਿਆ। ਕਿਹੜਾ? ਕਪਾਲ ਭਾਵ ਕੇ ਬ੍ਰਹਮਾ ਦੀ ਖੋਪਰੀ ਲਾਉਣ ਵਾਲੇ ਕਰਮ ਤੋਂ। ਉਹ ਕਰਮ ਕਿਵੇਂ ਕੀਤਾ? ਇਹਨਾਂ ਦੀਆਂ ਲਿਖਤਾਂ ਕਹਿੰਦੀਆਂ, ਹਵਾਲਾ ਹੁਣ ਅੱਗੇ ਵੀ ਦੇਣਾ ਪੈਂਦਾ, ਹਵਾਲਾ ਖੋਲਣਾ ਵੀ ਪੈਂਦਾ। ਇਹਨਾਂ ਦੀ ਲਿਖਤ ਇਹ ਗੱਲ ਕਹਿੰਦੀ ਹੈ, ਮਾਫ ਕਰਨਾ ਹਵਾਲੇ ਦੱਸਣੇ ਪੈਣਗੇ। ਕਹਿੰਦੇ ਨਾ ਬ੍ਰਹਮਾ ਕਹਿੰਦੇ ਆਪਣੀ ਲੜਕੀ ਤੇ ਮੋਹਿਤ ਹੋ ਗਿਆ। ਦੇਖ ਲਓ ਦੇਵਤੇ, ਦੇਵਤੇ ਦੇਖ ਲਓ। ਉਧਰ ਇੰਦਰ ਬਲਾਤਕਾਰੀ ਹੈ, ਜਿਹਨੇ ਜਿਸ ਦੇਸ਼ ਵਿੱਚ ਬਲਾਤਕਾਰੀ ਨੂੰ ਦੇਵਤਾ ਮੰਨਿਆ ਜਾਂਦਾ ਹੋਵੇ, ਉਸ ਦੇਸ਼ ਦੇ ਲੋਕਾਂ ਦਾ ਕਰੈਕਟਰ ਕਿਹੋ ਜਿਹਾ ਹੋਊਗਾ? ਵਿਚਾਰ ਲਓ ਤੁਸੀਂ। ਇੰਦਰ ਦੇਵਤਾ, ਕਮਾਲ ਹੋ ਗਈ, ਬਲਾਤਕਾਰੀ ਦੇਵਤਾ, ਲੋੜਾ ਆ ਗਿਆ। ਚਲੋ ਨਿੰਦਾ ਕੀ ਹੁੰਦੀ ਹੈ? ਕੋਲੋਂ ਗੱਲ ਬਣਾਉਣੀ। ਅਸੀਂ ਕੋਲੋਂ ਨਹੀਂ ਗੱਲ ਬਣਾਉਂਦੇ, ਇਹਨਾਂ ਦੀਆਂ ਖੁਦ ਦੀਆਂ ਲਿਖਤਾਂ ਇਹ ਗੱਲ ਕਹਿੰਦੀਆਂ ਵੀ ਇੰਦਰ ਨੇ ਬਲਾਤਕਾਰ ਕੀਤਾ ਗੌਤਮ ਰਿਸ਼ੀ ਦੀ ਇਸਤਰੀ ਨਾਲ। ਫਿਰ ਨਾ ਭੁੱਲ ਜੋ ਨਿੰਦਾ ਕੀ ਹੁੰਦੀ ਹੈ, ਆਪਣੇ ਕੋਲੋਂ ਗੱਲ ਬਣਾਉਣੀ। ਅਸੀਂ ਨਹੀਂ ਕੋਲੋਂ ਗੱਲ ਬਣਾਈ। ਇਹ ਹਵਾਲਾ ਹੈ ਇਹਨਾਂ ਦੀਆਂ ਲਿਖਤਾਂ ਦਾ ਹਵਾਲਾ ਬਾਣੀ ਚ ਕਿਥਾਂ ਹੋਰ ਵੀ ਸੁਣ ਲਓ। ਬਾਣੀ ਚ ਲਿਖਿਆ ਹੈ, ਗੌਤਮ ਤਪਾ ਅਹਿਲਿਆ ਇਸਤਰੀ, ਤਿਸ ਦੇਖ ਇੰਦਰ ਲੁਭਾਇਆ, ਸਹਿਸ ਸਰੀਰ ਚਿਹਨ ਭਗ ਹੋਏ ਤਾਂ ਮਨ ਪਛੋਤਾਇਆ। ਇਸੇ ਕਰਕੇ ਕਬੀਰ ਸਾਹਿਬ ਜੀ ਨੇ ਇੰਦਰ ਨੂੰ ਨੰਗ ਲਿਖਿਆ ਬਾਣੀ ਚ। ਕਹਿੰਦੇ ਫਿਰ ਤਾਂ ਨੰਗ ਹੋਇਆ ਵੀ, ਇਹਦੇ ਪੱਲੇ ਕਰੈਕਟਰ ਨਹੀਂ ਤਾਂ ਨੰਗ ਹੁੰਦਾ। ਤਾਂ ਪੜੋ ਬਾਣੀ ਚ ਲਿਖਿਆ, ਕਬੀਰ ਦਾਵੈ ਦਾਜਨ ਹੋਤ ਹੈ, ਨਿਰਦਾਵੈ ਰਹੈ ਨਿਸੰਕ, ਜੋ ਜਨ ਨਿਰਦਾਵੈ ਰਹੈ ਸੋ ਗਣੈ ਇੰਦਰ ਸੋ ਰੰਕ। ਪ੍ਰਮਾਣ ਨਾ ਭੁੱਲੋ ਜੋ ਬਾਣੀ ਦਾ। ਕਹਿੰਦੇ ਰੱਬ ਦੇ ਪਿਆਰੇ ਤਾਂ ਇੰਦਰ ਵਰਗਿਆਂ ਨੂੰ ਨੰਗ ਜਾਣਦੇ ਆ। ਫਿਰ ਤਾਂ ਨੰਗ ਮਹਿਕਮਾ ਹੀ ਹੋਇਆ। ਤਾਂ ਜਿਹਦੇ ਕੋਲੇ ਕਰੈਕਟਰ ਨਹੀਂ ਤਾਂ ਨੰਗ ਹੋਇਆ। ਤਾਂ ਫਿਰ ਤਾਂ ਵੀ ਕਮਾਲ ਭਾਈ ਨੰਗ ਜਾਣਦੇ ਆ ਰੱਬ ਦੇ ਪਿਆਰੇ ਤਾਂ ਇਹੋ ਜਿਹਾ ਨੂੰ। ਚਲੋ ਇੱਧਰ ਸ਼ਬਦ ਵੱਲ ਆ ਜਾਓ ਹੁਣ। ਸੋ ਇੱਧਰ ਗੱਲ ਕੀ ਚੱਲ ਰਹੀ ਹੈ? ਕਹਿੰਦੇ ਬ੍ਰਹਮਾ ਜਿਸ ਵੇਲੇ ਆਪਣੀ ਲੜਕੀ ਤੇ ਮੋਹਿਤ ਹੋ ਗਿਆ, ਸਰਸਵਤੀ ਤੇ, ਕਹਿੰਦੇ ਆਪਣੀ ਲੜਕੀ ਦੇ ਮਗਰ ਪੈ ਗਿਆ। ਕਹਿੰਦੇ ਲੜਕੀ ਜਿੱਧਰ ਪਾਸੇ ਨੂੰ ਜਾਵੇ ਉਧਰਲੇ ਪਾਸੇ ਨੂੰ ਮੂੰਹ ਕਰ ਲਏ। ਕਹਿੰਦੇ ਲੜਕੀ ਫਿਰ ਉੱਪਰ ਨੂੰ ਉੱਡਣ ਲੱਗੀ। ਕਿਵੇਂ? ਚਲੋ ਤਾਂ ਉਹ ਜਾਣਨ, ਇਹ ਤਾਂ ਹਵਾਲਾ ਹੈ। ਕਹਿੰਦੇ ਉਹਨੇ ਫਿਰ ਪੰਜਵਾਂ ਸਿਰ ਕਹਿੰਦੇ ਉੱਪਰ ਨੂੰ ਕਰ ਲਿਆ, ਕੱਢ ਲਿਆ ਪੰਜਵਾਂ। ਕਹਿੰਦੇ शिव जी ਤਰਸ਼ੂਲ ਲੈ ਕੇ ਆਇਆ, ਕਹਿੰਦੇ ਬ੍ਰਹਮਾ ਦਾ ਪੰਜਵਾਂ ਸਿਰ ਵੱਢ ਲਿਆ, ਪੰਜਵੀਂ ਖੋਪਰੀ ਬ੍ਰਹਮਾ ਦੀ ਲਾਹ ਦਿੱਤੀ। ਇਹ ਕੀ ਕਰਦੇ ਹੈ? ਕਹਿੰਦੇ ਉਹ ਸਿਰ ਵੱਢਣ ਵਾਲਾ ਕਰਮ ਕਹਿੰਦੇ ਕੱਟਿਆ ਨਹੀਂ ਗਿਆ। ਬੋਲੋ ਸਤਨਾਮ। ਕਹਿੰਦੇ शिव जी ਦਾ ਕਹਿੰਦੇ ਉਹ ਕਰਮ ਨਹੀਂ ਕੱਟਿਆ ਗਿਆ। ਭਾਵ ਅਰਥ ਕੀ ਹੋ ਗਿਆ? ਭਗਤ ਤਰਲੋਚਨ ਜੀ ਨੇ ਹਵਾਲਾ ਦੇ ਕੇ ਮੈਸੇਜ ਕੀ ਦੇਤਾ ਵੀ शिव जी ਕਿਸੇ ਦਾ ਪਾਪ ਕੀ ਕੱਟ ਦੂ, ਉਹਦਾ ਤਾਂ ਬ੍ਰਹਮਾ ਦੀ ਖੋਪਰੀ ਲੈਣ ਵਾਲਾ ਆਪਣਾ ਕਰਮ ਨਹੀਂ ਕੱਟਿਆ ਗਿਆ। ਬੋਲੋ ਸਤਨਾਮ। ਇਹ ਭਗਤ ਤਰਲੋਚਨ ਜੀ ਹਵਾਲੇ ਦੇ ਰਹੇ। ਫਿਰ ਨਾ ਭੁੱਲ ਜੋ ਇੱਕ ਬ੍ਰਾਹਮਣਾਂ ਦੇ ਘਰੇ ਪੈਦਾ ਹੋਇਆ ਭਗਤ ਗੱਲ ਕਹਿ ਰਿਹਾ। ਫਿਰ ਨਾ ਭੁੱਲ ਜੋ ਵਾਰ-ਵਾਰ ਗੱਲ ਹੈ ਸੱਚ ਨੂੰ ਸਮਝਣ ਦੀ। ਭਾਵ ਕਿ ਜਾਤਾਂ ਗੋਤਾਂ ਚੋਂ ਬਾਹਰ ਨਿਕਲੋ ਜੇ ਸੱਚ ਸਮਝਣਾ ਤਾਂ। ਕਰਕੇ ਹੁਣ ਇਹ ਹਵਾਲਾ ਯਾਦ ਹੋ ਗਿਆ ਸਾਰਿਆਂ ਦੇ। ਇੱਕ ਵਾਰੀ ਫਿਰ ਬੋਲ ਦੇਵਾਂ, ਅਣਿਕ ਪਾਤਕ ਹਰਤਾ ਤ੍ਰੇ ਭਵਨ ਨਾਥਰੀ, ਤੀਰਥ ਤੀਰਥ ਭ੍ਰਮਤਾ ਲਹੈ ਨਾ ਪਾਰਰੀ, ਕਰਮ ਕਰ ਕਪਾਲ ਮਫੀਟ ਸਰੀ। ਫਿਰ ਤੀਰਥਾਂ ਦੇ ਇਸ਼ਨਾਨ ਜਾਂ शिव जी ਦਾ ਪੂਜਾ ਕਿਸੇ ਦਾ ਪਾਪ ਕਿਵੇਂ ਕੱਟ ਦੂ, ਜਦੋਂ ਖੁਦ शिव जी ਦਾ ਖੋਪਰੀ ਲਾਉਣ ਵਾਲਾ ਪਾਪ ਨਹੀਂ ਕੱਟਿਆ ਗਿਆ। ਫਿਰ ਅਗਲਾ ਹਵਾਲਾ ਦਿੰਦੇ ਹੈ, ਅੰਮ੍ਰਿਤ ਸਸੀ ਧੇਨ ਲక్ష్ਮੀ ਕਲਪਤਰ ਸਿਖਰ ਸੁਨਾਗਰ ਨਦੀ ਚ, ਕਰਮ ਕਰ ਖਾਰ ਮਫੀਟ ਸਰੀ। ਪੰਜਵਾਂ ਹਵਾਲਾ ਦਿੰਦੇ ਆ। ਫਿਰ ਕਹਿੰਦੇ ਇਹਨਾਂ ਦੀ ਲਿਖਤ ਕਹਿੰਦੀ ਹੈ ਵੀ ਦੇਵਤੇ ਤੇ ਦੈਂਤਾਂ ਨੇ ਰਲ ਕੇ ਸਮੁੰਦਰ ਰਿੜਕਿਆ। ਇਹਨਾਂ ਦੀ ਲਿਖਤ ਕਹਿੰਦੀ ਹੈ, ਗੁਰਮਤ ਨਹੀਂ ਮੰਨਦੀ ਵੀ ਸਮੁੰਦਰ ਰਿੜਕਿਆ। ਇਹ ਤਾਂ ਹਵਾਲੇ ਨੇ ਵਾਰ-ਵਾਰ ਕਹਿਣਾ ਪੈਂਦਾ। ਲਓ ਜੀ, ਕਹਿੰਦੇ ਦੇਵਤੇ ਤੇ ਦੈਂਤਾਂ ਨੇ ਕਹਿੰਦੇ ਨਾ ਰਲ ਕੇ ਸਮੁੰਦਰ ਰਿੜਕਿਆ ਕਿਵੇਂ? ਕਹਿੰਦੇ ਜੀ ਸੁਮੇਰ ਪਰਬਤ ਨੂੰ ਮਧਾਣਾ ਬਣਾ ਲਿਆ। ਹੁਣ ਸਮੁੰਦਰ ਰਿੜਕਣ ਚਾਹੀਦਾ, ਮਧਾਣੀ ਤਾਂ ਕਿੱਥੇ ਲੋਟ ਆਉਂਦੀ ਹੈ? ਮਧਾਣਾ ਕਾਹਦਾ ਬਣਾਇਆ? ਕਹਿੰਦੇ ਸੁਮੇਰ ਪਰਬਤ ਦਾ। ਤੇ ਨੇਤਰਾ ਕਾਲ ਕਿਹੜਾ ਪਾਇਆ? ਨੇਤਰਾ, ਉਹ ਨੇਤਰੀ ਕਹਿੰਦੇ ਆਪਾਂ ਨਾ, ਰਿੜਕਦੇ ਆ ਜਦੋਂ। ਉਹ ਨੇਤਰਾ ਕਾਹਦਾ ਪਾਇਆ? ਕਹਿੰਦੇ ਬਾਸਕਨਾਗ ਦਾ ਕਹਿੰਦੇ ਨੇਤਰਾ ਪਾ ਲਿਆ। ਤੇ ਫਿਰ ਕਹਿੰਦੇ ਦੇਵਤਿਆਂ ਨੇ ਕਹਿੰਦੇ ਪੂਛ ਵਾਲਾ ਪਾਸਾ ਫੜ ਲਿਆ। ਆਹ ਜਿਹੜਾ ਚਲਾਕੀ ਕਰੇ ਦੇਵਤੇ ਹੀ ਹੁੰਦਾ। ਹੋਰ ਵੀ ਕਿਤੇ ਡੰਗਣਾ ਮਾਰ ਜੇ ਨਾਗ, ਦੇਖੋ ਚਲਾਕੀ ਕਰ ਗਏ ਨਾ। ਕਹਿੰਦੇ ਦੇਵਤਿਆਂ ਨੇ ਫੜਿਆ ਪੂਛ ਵਾਲਾ ਪਾਸਾ ਤੇ ਦੈਂਤਾਂ ਨੂੰ ਫੜਾ। ਕਮਾਲ ਹੋ ਗਈ, ਦੇਖੋ ਤੁਸੀਂ।
ਚਲੋ ਜੀ, ਫਿਰ ਕੀ ਹੋਇਆ? ਕਹਿੰਦੇ ਚੱਲ ਪਿਆ ਫਿਰ, ਜੋ ਚਲਾਇਆ ਨਾ ਮਧਾਣਾ, ਕਹਿੰਦੇ ਹੁਣ ਮਧਾਣਾ ਕਹਿੰਦੇ ਖੜੇ ਨਾ, ਇਹਨਾਂ ਦੀਆਂ ਲਿਖਤਾਂ ਦੇ ਹਵਾਲੇ। ਹੁਣ ਖੜੇ ਕਿੱਥੋਂ, ਵੀ ਐਡਾ ਵੱਡਾ ਹੁਣ ਸਮੁੰਦਰ ਦਾ ਆਪਣਾ ਪਰਬਤ ਦਾ ਮਧਾਣਾ ਵੱਡਾ, ਥੱਲੇ ਧੱਸੀ ਜਾਵੇ ਭਾਵ। ਕਹਿੰਦੇ ਫਿਰ ਕੀ ਹੋਇਆ? ਕਹਿੰਦੇ ਫਿਰ ਨਾ ਵਿਸ਼ਨੂੰ ਕਹਿੰਦੇ ਕੱਛੂ ਅਵਤਾਰ ਬਣ ਕੇ ਕਹਿੰਦੇ ਮਧਾਣੇ ਦੇ ਥੱਲੇ ਵੜ ਗਿਆ। ਲੋ ਜੀ, ਹੁਣ ਦੇਖੋ ਇਹਦੇ ਕਾਰੇ, ਇੱਕ ਪਾਸੇ ਵੱਡੇ ਦੇਵਤੇ ਵੀ ਕਹਿੰਦਾ, ਦੂਜੇ ਪਾਸੇ ਜਿਹਨੂੰ ਬਣਾ ਕੇ ਹੁਣ ਵਿਸ਼ਨੂੰ ਨੂੰ ਕੱਛੂ ਬਣਾ ਕੇ ਮਧਾਣੇ ਥੱਲੇ ਵਾੜਤਾ, ਕਿਉਂ ਤਾਂ ਬ੍ਰਾਹਮਣ ਦੀ ਮਰਜ਼ੀ ਹੈ ਵੀ ਜਿਹਨੂੰ ਜੋ ਮਰਜ਼ੀ ਬਣਾਈ ਚੱਲੇ। ਦੇਖੋ ਇਹ ਤਾਂ ਉਹਦੇ ਹੱਥ 'ਚ ਨਾ, ਸਾਰੀ ਚਾਬੀ ਤਾਂ ਉਹਦੇ ਹੱਥ ਦੇ ਵਿੱਚ ਹੈ। ਦੇਖੋ ਤੁਸੀਂ ਫਿਰ ਕੀ ਹੋਇਆ? ਕਹਿੰਦੇ ਜੀ ਉਹ ਜਿਹਨੂੰ ਕੱਛ ਅਵਤਾਰ ਕਿਹਾ ਜਾਂਦਾ, ਕੱਛੂ ਅਵਤਾਰ ਕਿਹਾ ਜਾਂਦਾ ਨਾ, ਕਹਿੰਦੇ ਜੀ ਫਿਰ ਕਹਿੰਦੇ ਉਹ ਕੱਛੂ ਬਣ ਕੇ ਕਹਿੰਦੇ ਮਧਾਣੇ ਦੇ ਥੱਲੇ, ਤੇ ਫਿਰ ਕਹਿੰਦੇ ਫਿਰ ਮਧਾਣਾ ਚੱਲਿਆ, ਭਾਵ ਉਹਨੇ ਆਪਣੇ ਢੂਕਣੇ ਦੇ ਉੱਤੇ ਰਗੜੇ ਝੱਲੇ, ਉਹ ਚੱਲੇ। ਫਿਰ ਕਹਿੰਦੇ ਚੱਲਿਆ ਮਧਾਣਾ। ਫਿਰ ਕਹਿੰਦੇ ਜਦੋਂ ਮਧਾਣਾ ਚੱਲ ਪਿਆ ਨਾ, ਫਿਰ ਚੀਜ਼ਾਂ ਨਿਕਲਣੀਆਂ ਸ਼ੁਰੂ ਹੋ ਗਈਆਂ ਸਮੁੰਦਰ ਚੋਂ, ਜੋ ਰਿੜਕਣ ਲੱਗੇ। ਚੀਜ਼ਾਂ ਕੀ ਨਿਕਲਣੀਆਂ ਸ਼ੁਰੂ ਹੋਈਆਂ? ਹੁਣ ਉਹ ਚੀਜ਼ਾਂ ਗਣਾਈਆਂ, ਸੁਣ ਲਓ। ਅੰਮ੍ਰਿਤ, ਕਹਿੰਦੇ ਇੱਕ ਅੰਮ੍ਰਿਤ ਨਿਕਲਿਆ ਸਮੁੰਦਰ ਚੋਂ, ਇਹਨਾਂ ਦੇ ਕਹਿਣ ਮੁਤਾਬਕ। ਅੰਮ੍ਰਿਤ। ਸਸੀ, ਕਹਿੰਦੇ ਇੱਕ ਚੰਦਰਮਾ ਨਿਕਲਿਆ, ਬੱਲੇ ਬੱਲੇ ਬੱਲੇ, ਚੰਦਰਮਾ ਨਿਕਲਿਆ ਸਮੁੰਦਰ ਚੋਂ। ਤਾਹਾਂ ਪਤਾ ਨਹੀਂ ਕਿਹਨੇ ਫਿੱਟ ਕਰਤਾ, ਉਹ ਵੀ ਇਹਨਾਂ ਕੋਲ ਇੱਕ ਮੇਰਾ ਖਿਆਲ ਹੈਗਾ ਇੰਜੀਨੀਅਰ, ਮਾਨੇ ਫਿੱਟ ਕਰਤਾ। ਬੋਲੋ ਸਤਨਾਮ। ਹੋਰ ਸਾਰਾ ਕੁਝ ਹੀ ਹੈਗਾ, ਸਾਡੇ ਵੀ ਮੰਨਣ ਜਾਂਦੇ ਹੁੰਦੇ ਵਿੱਚ, ਸਾਡੇ 'ਚ ਵੀ ਬਥੇਰੇ ਕਮਲੇ ਹੋ ਗਏ ਇਹ ਜੇ। ਹਾਂਜੀ, ਤਾਂ ਤੇ ਹੁਣ ਚੰਦਰਮਾ ਕਹਿੰਦੇ ਨਿਕਲਿਆ ਕਹਿੰਦੇ ਸਮੁੰਦਰ ਚੋਂ। ਤੇ ਜਦ ਕਿ ਤੁਹਾਨੂੰ ਅੱਜ ਤਾਂ ਪਤਾ ਹੈ, ਗੁਰਬਾਣੀ ਤਾਂ ਪਹਿਲਾਂ ਹੀ ਲਿਖੇ, ਕੀਤੇ ਇੰਦ ਚੰਦ, ਵੀ ਚੰਦਰਮਾ ਸੂਰਜ ਕਿੰਨੇ ਹੀ ਹੈ। ਅੱਜ ਤਾਂ ਐਸਟਰੋਨੋਮੀ ਵਾਲੇ ਵੀ ਮੰਨ ਗਏ, ਖਗੋਲ ਵਿਗਿਆਨ ਕਹਿ ਲਓ ਪੰਜਾਬੀ 'ਚ, ਵੀ ਚੰਦਰਮਾ ਸੂਰਜਾਂ ਦੀ ਗਿਣਤੀ ਨਹੀਂ ਹੋ ਸਕਦੀ। ਇੱਥੇ ਕਹਿੰਦੇ ਚੰਦਰਮਾ ਨਿਕਲਿਆ ਸਮੁੰਦਰ ਚੋਂ, ਸਮੁੰਦਰ ਚੋਂ, ਕਿਉਂ ਕਿਹੜਾ ਕਿਸੇ ਨੇ ਪੁੱਛਣਾ ਵੀ ਤਾਂ ਕਿਵੇਂ ਵਗ ਗਿਆ। ਚਲੋ, ਅੰਮ੍ਰਿਤ ਸਸੀ, ਚੰਦਰਮਾ ਨਿਕਲਿਆ, ਅੰਮ੍ਰਿਤ ਸਸੀ। ਧੇਨ, ਕਹਿੰਦੇ ਇੱਕ ਕਾਮਧੇਨ ਗਊ ਨਿਕਲਿਆ ਸਮੁੰਦਰ ਚੋਂ। ਜਦ ਕਿ ਕਿਹੜਾ ਕਿਸੇ ਨੇ ਪੁੱਛਣਾ ਵੀ ਗਊ ਤਾਂ ਪਾਣੀ ਦਾ ਜਾਨਵਰ ਹੀ ਨਹੀਂ। ਬੋਲੋ ਸਤਨਾਮ। ਉਹ ਜੇ ਪੁੱਛੋਗੇ ਤਾਂ ਫਿਰ ਆਪਾਂ ਆਖਣਗੇ ਨਿੰਦਾ ਕਰਦਾ, ਨਾਸਤਕ ਲੱਗਦੇ ਐ। ਫਿਰ ਫਤਵਾ ਲੱਗੂਗਾ ਵੀ ਸੱਚੀ ਗੱਲ ਕਹੋ ਤਾਂ ਨਾ, ਫਿਰ ਫਤਵਾ ਲੱਗਦਾ ਹੈ। ਹੁਣ ਜਦ ਕਿ ਕੀ ਗਊ ਪਾਣੀ ਦਾ ਜਾਨਵਰ ਹੈ? ਬੋਲੋ ਜੀ, ਪਾਣੀ 'ਚ ਰਹਿਣ ਵਾਲਾ ਜਾਨਵਰ ਹੈ? ਨਹੀਂ ਨਿਕਲਿਆ ਹੀ, ਗਊ ਨਿਕਲਿਆ ਹੀ ਵਿੱਚੋਂ। ਅੰਮ੍ਰਿਤ ਸਸੀ ਧੇਨ, ਕਹਿੰਦੇ ਇੱਕ ਕਾਮਧੇਨ ਗਊ ਨਿਕਲਿਆ ਹੀ। ਹੁਣ ਕਿੱਥੇ ਰਹਿੰਦੀ? ਹੁਣ ਕਹਿੰਦੇ ਤਾਹਾਂ ਰਹਿੰਦੀ ਸੁਰਗਾਂ 'ਚ, ਜੋ ਮਰ ਕੇ ਜਾਓਗੇ ਕਹਿੰਦੇ ਤਾਹਾਂ ਉੱਥੇ ਤੁਹਾਡੀਆਂ ਮੰਗਾਂ ਪੂਰੀਆਂ ਕਰੂਗੀ। ਹੁਣ ਬੜੇ ਬੜੇ ਵੱਡੇ ਲਾਰੇ ਹੈ। ਚਲੋ, ਅੰਮ੍ਰਿਤ ਸਸੀ ਧੇਨ। ਅੱਗੇ ਕੀ ਲਿਖਿਆ ਜੀ? ਲక్ష్ਮੀ, ਵਿੱਚੋਂ ਇੱਕ ਲక్ష్ਮੀ ਨਿਕਲਿਆ, ਔਰਤ। ਬੋਲ ਪਾਣੀ ਚੋਂ ਨਿਕਲਿਆ ਲక్ష్ਮੀ ਨਿਕਲਿਆ ਪਾਣੀ ਦੇ ਵਿੱਚੋਂ। ਤਾਂ ਤੇ ਅੰਮ੍ਰਿਤ ਸਸੀ ਧੇਨ ਲక్ష్ਮੀ। ਕਲਪ ਤਰ, ਕਲਪ ਬਿਰਸ਼ ਨਿਕਲਿਆ। ਕਲਪ ਤਰ ਦਾ ਅਰਥ ਕੀ ਹੁੰਦਾ? ਦਰਖਤ। ਕਲਪ ਤਰ, ਜਿਹਨੂੰ ਕਲਪ ਬਿਰਸ਼ ਵੀ ਕਿਹਾ, ਜਿਹਨੂੰ ਪਾਰਜਾਤ ਵੀ ਕਿਹਾ ਜਾਂਦਾ ਹੈ। ਕਹਿੰਦੇ ਇੱਕ ਕਲਪ ਬਿਰਸ਼ ਨਿਕਲਿਆ ਆ। ਇਹ ਕਲਪ ਬਿਰਸ਼ ਕੀ ਕਰਦਾ? ਕਹਿੰਦੇ ਇਹਦੇ ਥੱਲੇ ਬਹਿ ਕੇ ਨਾ ਤੁਸੀਂ ਜੋ ਵੀ ਕਲਪਨਾ ਕਰਦੇ ਹੋ ਉਹੀ ਫਲ ਕਹਿੰਦੇ ਤਾਂ ਦਰਖਤ ਨੂੰ ਲੱਗ ਜਾਂਦਾ। ਹੀ ਤੋੜ ਲਓ। ਅਸਲ 'ਚ ਮਨੁੱਖ ਦੀ ਵਾਸ਼ਨਾ ਇਹੀ ਆ ਨਾ, ਵੀ ਜੋ ਵੀ ਮੈਂ ਚਾਹੁੰਦਾ ਹਾਂ ਮੈਂ ਤਾਹਾਂ ਲੱਗਿਆ ਪਿਆ ਹੋਵੇ ਤੇ ਐਂ ਤੋੜ ਲਾਂ, ਕੁਛ ਕਰਨਾ ਹੀ ਨਾ ਪਵੇ। ਇਹੀ ਜਿਸ ਤਰ੍ਹਾਂ ਦੀ ਮਨੁੱਖ ਦੀ ਮਾਨਸਿਕਤਾ, ਮੈਂਟੈਲਿਟੀ ਹੈ, ਪੁਜਾਰੀਵਾਦ ਨੇ ਉਦਾਂ ਦੀ ਲਾਰੇ ਲਾਤੇ। ਕਹਿੰਦੇ ਹਾਂ ਇਹ ਵੀ ਹੈ, ਤੂੰ ਸਾਨੂੰ ਪੁੰਨਦਾਨ ਕਰ, ਸਾਨੂੰ ਪੁੰਨਦਾਨ ਕਰੋ, ਘਰ ਲਟਾਓ ਆਪਦਾ, ਤੁਹਾਨੂੰ ਤਾਹਾਂ ਜਾ ਕੇ ਮਿਲੂਗਾ। ਉਹ ਮਿਲੂ ਸਾਨੂੰ ਤਾਹਾਂ ਜਾ ਕੇ, ਮਰਨ ਤੋਂ ਬਾਅਦ ਮਿਲੂ ਸਾਨੂੰ ਕਲਪ ਤਰ ਤਾਹਾਂ ਸੁਰਗ 'ਚ। ਜੋ ਇੱਛਾ ਕਰਿਆ ਕਰੋਗੇ ਉਹਦੇ ਥੱਲੇ ਬਹਿ ਕੇ ਉਹੀ ਤਾਹਾਂ ਲੱਗਿਆ ਪਿਆ ਹੋਇਆ ਕਰੂ। ਬਸ ਮੌਜਾਂ ਕਰਿਓ ਤਾਹਾਂ, ਪਰ ਇੱਥੇ ਪੁੰਨਦਾਨ ਕਰੋ ਸਾਨੂੰ ਮੜਿਆ, ਇੱਥੇ ਪੁੰਨਦਾਨ ਕਰੋ, ਸੋਨੂੰ ਸੁਰਗ ਮਰਨ ਤੋਂ ਬਾਅਦ ਮਿਲੂ। ਤੇ ਉਹਨੂੰ ਬਾਹਮਣ ਨੂੰ ਲੁੱਟ ਘੁੰਮ ਤਾਂ ਇੱਥੇ ਹੀ ਮਿਲ ਗਿਆ। ਬੋਲੋ ਸਤਨਾਮ। ਮਿਲੂ, ਤੁਸੀਂ ਪੁੰਨਦਾਨ ਕਰੋ ਸਾਨੂੰ ਇੱਥੇ ਤਾਹਾਂ ਮਿਲਣਗੀਆਂ ਚੀਜ਼ਾਂ ਤੁਹਾਨੂੰ। ਇਹ ਫਿਰ ਹੁਣ ਤੁਸੀਂ ਤਾਹਾਂ ਮੂੰਹ ਚੱਕੇ ਰੱਖੋ ਐ। ਚਲੋ, ਏਦਾਂ ਅੰਮ੍ਰਿਤ ਸਸੀ ਧੇਨ ਲక్ష్ਮੀ ਕਲਪਤਰ, ਇੱਥੋਂ ਤੱਕ ਵਿਚਾਰ ਹੋ ਗਈ। ਚੀਜ਼ਾਂ ਨਿਕਲੀਆਂ। ਕਹਿੰਦੇ ਅੱਗੇ ਕੀ ਲਿਖਿਆ? ਸਿਖਰ। ਸਿਖਰ ਦਾ ਅਰਥ ਸੱਤ ਮੂੰਹਾਂ ਘੋੜਾ। ਉਹ ਪਤਾ ਨਹੀਂ ਕਿਵੇਂ ਸੱਤ ਮੂੰਹਾਂ ਘੋੜਾ ਦੇਖਿਆ ਕਦੇ ਕਿਸੇ ਨੇ, ਪਰ ਨਿਕਲਿਆ ਆ ਬਈ, ਸੱਤ ਮੂੰਹਾਂ ਘੋੜਾ ਨਿਕਲਿਆ। ਕਹਿੰਦੇ ਸੱਤ ਮੂੰਹਾਂ ਘੋੜਾ ਵਿੱਚੋਂ ਸਮੁੰਦਰ ਦੇ। ਸਿਖਰ। ਸੁਨਾਗਰ, ਕਹਿੰਦੇ 73 ਵੈਦ ਨਿਕਲਿਆ ਵਿੱਚੋਂ, ਵੈਦ ਨਿਕਲਿਆ ਸਮੁੰਦਰ ਚੋਂ। ਸੁਨਾਗਰ। ਨਦੀ 'ਚ ਨਾਥੰ, ਕਹਿੰਦੇ ਇਹ ਸਾਰੀਆਂ ਨਦੀਆਂ ਦਾ ਮਾਲਕ ਹੈ ਸਮੁੰਦਰ। ਨਦੀ 'ਚ ਨਾਥੰ। ਫਿਰ ਕਹਿੰਦੇ ਕਰਮ ਕਰ ਖਾਰ ਮਫੀਟਸਰੀ। ਫਿਰ ਦੇਖ ਲਾ ਜਿੰਦੜੀਏ, ਇਹਨਾਂ ਦੀ ਲਿਖਤ ਕਹਿੰਦੀ ਹੈ
ਕਿ ਸਮੁੰਦਰ ਨੇ ਇੱਕ ਐਸਾ ਕਰਮ ਕੀਤਾ ਕਿ ਉਹਦਾ ਖਾਰਾਪਣ ਦੂਰ ਨਹੀਂ ਹੋਇਆ। ਕਰਮ ਕਰ ਖਾਰ ਮਫੀਟ ਸਰੀ। ਕਰਮ ਕਿਹੜਾ ਕੀਤਾ? ਇਹਨਾਂ ਦੀ ਲਿਖਤ ਕਹਿੰਦੀ ਹੈ, ਕਹਿੰਦੇ ਸਮੁੰਦਰ ਨਾ ਟਟੀਰੀ ਦੇ ਆਂਡੇ ਰੋੜ ਕੇ ਲੈ ਗਿਆ। ਸਮੁੰਦਰ ਕਹਿੰਦੇ ਟਟੀਰੀ ਨੇ ਸਰਾਪ ਲਾਤਾ, ਮਰ ਜਾਣਿਆ ਤੂੰ ਖਾਰੀ ਰਹੇਗਾ, ਤੂੰ ਮੇਰੇ ਬੱਚੇ ਮਾਰਤੇ। ਕਹਿੰਦੇ ਟਟੀਰੀ ਦਾ ਸਰਾਪ ਲੱਗ ਗਿਆ ਸਮੁੰਦਰ ਨੂੰ, ਉਹ ਸਰਾਪ ਅਜੇ ਤੱਕ ਦੂਰ ਹੋਇਆ ਨਹੀਂ। ਸੁਣ ਲਓ, ਕਰਮ ਕਰ ਖਾਰ ਮਫੀਟ ਸਰੀ। ਕਹਿੰਦੇ ਤਾਂ ਕਰਕੇ ਖਾਰ ਦੂਰ ਨਹੀਂ ਹੋਈ। ਹੁਣ ਇਹ ਮੈਸੇਜ ਕੀ ਦੇਣਾ ਚਾਹੁੰਦੇ ਆ ਭਗਤ ਤਲੋਚਨ ਸਾਹਿਬ ਜੀ ਇਸ ਹਵਾਲੇ ਰਾਹੀਂ? ਵੀ ਦੁਨੀਆ ਦੇ ਲੋਕੋ ਤੁਹਾਨੂੰ ਪੁਜਾਰੀ ਬਾਹਮਣਾ ਨੇ ਕਮਲੇ ਕਰ ਛੱਡਿਆ ਵੀ ਲక్ష్ਮੀ ਆਜੂ ਜੀ, ਕਲਪਤਾਰ ਹੈ ਜੀ, ਪਾਰ ਜਾਤ ਹੈ ਜੀ, ਇਹ ਸਾਰਾ ਕੁਝ ਇਹਨਾਂ ਦੀ ਲਿਖਤ ਕਹਿੰਦੀ ਹੈ ਵੀ ਉਹ ਸਮੁੰਦਰ ਚੋਂ ਇਹਨਾਂ ਦੀ ਲਿਖਤ ਕਹਿੰਦੀ ਹੈ ਨਾ ਇਹ ਗੱਲ। ਇਹਨਾਂ ਦੀ ਲਿਖਤ ਇਹ ਵੀ ਕਹਿੰਦੀ ਹੈ ਵੀ ਟਟੀਰੀ ਦੇ ਸਰਾਪ ਕਰਕੇ ਸਮੁੰਦਰ ਖਾਰੀ ਰਿਹਾ, ਦੂਰ ਨਹੀਂ ਹੋਇਆ। ਇਹ ਸਾਰੀਆਂ ਚੀਜ਼ਾਂ ਰਲ ਕੇ ਟਟੀਰੀ ਦਾ ਸਰਾਪ ਨਹੀਂ ਕੱਟ ਸਕੀਆਂ ਸਮੁੰਦਰ ਤੋਂ, ਤੇ ਕਿਸੇ ਦਾ ਹੋਰ ਕੀ ਸਮਾਰ ਦੇਣਗੇ। ਬੋਲੋ ਸਤਨਾਮ। ਭਾਵ ਮੈਸੇਜ ਕੀ ਦੇਣਾ ਚਾਹੁੰਦੇ ਵੀ ਟਟੀਰੀ ਦੇ ਬੱਚਿਆਂ ਨੂੰ ਮਾਰਨ ਦਾ ਸਰਾਪ ਵੀ ਕੱਟਣ ਦੇ ਯੋਗ ਨਹੀਂ। ਸਾਰਾ ਰਲ ਕੇ ਸਾਰਾ ਕੁਛ ਇਹ ਅੰਮ੍ਰਿਤ ਸਸੀ ਧੇਨ ਲੱਖ ਸਿਖਰ ਸੁਨਾਗਰ ਇਹ ਸਾਰਾ ਕੁਝ ਨਾ ਇੱਕ ਟਟੀਰੀ ਦਾ ਸਰਾਪ ਵੀ ਨਹੀਂ ਕੱਟ ਸਕਦਾ। ਭਾਵ ਮੈਸੇਜ ਦੇਣਾ ਚਾਹੁੰਦੇ ਆ ਇਹ ਤੁਹਾਡਾ ਇਹ ਕੀ ਸਮਾਰ ਦੇਣਗੇ ਤੇ ਤੁਹਾਨੂੰ ਬੜਾ ਕੁਛ ਦੇਊਗੀ। ਕਾਮ ਤੇ ਨਗਊ ਕਲਪ ਬਿਰਸ਼। ਇਹ ਤਾਂ ਟਟੀਰੀ ਦਾ ਸਰਾਪ ਕੱਟਣ ਦੇ ਯੋਗ ਵੀ ਨਹੀਂ। ਤਾਂ ਕਹਿੰਦੇ ਸਮੁੰਦਰ ਨੂੰ ਸਰਾਪ ਲੱਗਿਆ ਟਟੀਰੀ ਦਾ, ਕਹਿੰਦੇ ਤਾਂ ਖਾਰਾ, ਕਹਿੰਦੇ ਕੱਟਿਆ ਨਹੀਂ ਗਿਆ ਉਹ। ਭਾਵ ਇਹ ਕੁਝ ਇਹਨਾਂ ਚੀਜ਼ਾਂ ਦੇ ਲਾਰਿਆਂ ਚ ਨਾ ਆਇਆ ਕਰੋ, ਐਵੇਂ ਮੂੰਹ ਤਾਹਾਂ ਨਾ ਚੱਕੀ ਰੱਖਿਆ ਕਰੋ। ਜੀਵਨ ਕੋ ਚੱਜ ਸਿੱਖੋ, ਗੁਰ ਮਿਲ ਚੱਜ ਆਚਾਰ ਸਿੱਖ, ਤੁਧ ਕਦੇ ਨਾ ਲੱਗੇ ਦੁੱਖ। ਗੁਰੂ ਨਾਲ ਜੁੜ ਕੇ ਜਿਉਣ ਦਾ ਚੱਜ ਸਿੱਖੋ, ਐਵੇਂ ਮੂੰਹ ਤਾਹਾਂ ਨਾ ਚੱਕੀ ਰੱਖੋ। ਇਹ ਸਾਰਾ ਕੁਝ ਤਾਂ ਟਟੀਰੀ ਦਾ ਸਰਾਪ ਕੱਟਣ ਦੇ ਯੋਗ ਵੀ ਨਹੀਂ। ਇਹ ਹਵਾਲਾ ਆਪਾਂ ਸਮਝ ਕੇ ਸਾਰੇ ਇੱਕ ਵਾਰੀ ਹੋਰ ਪੜ੍ਹ ਲਓ। ਅੰਮ੍ਰਿਤ ਸਸੀ ਧੇਨ ਲక్ష్ਮੀ ਕਲਪਤਰ ਸਿਖਰ ਸੁਨਾਗਰ ਨਦੀ ਚੇਨਾਥੰ ਕਰਮ ਕਰ ਖਾਰ ਮਫੀਟ ਸਰੀ। ਅਗਲਾ ਹਵਾਲਾ ਦਿੰਦੇ ਆ, ਦਾਦੀ ਲੈ ਲੰਕਾ ਗੜ ਉਪਾੜੀ ਲੈ ਰਾਵਣ ਬਣ ਸਲ ਬੇਸਲ ਆਨ ਤੋਖੀ ਲੈ ਹਰੀ ਕਰਮ ਕਰ ਕਸ਼ੌਟੀ ਮਫੀਟ ਸਰੀ। ਅਗਲਾ ਹਵਾਲਾ ਦਿੰਦੇ ਐ, ਕਹਿੰਦੇ ਦਾਦੀ ਲੈ ਲੰਕਾ ਗੜ। ਕਹਿੰਦੇ ਹਨੂਮਾਨ ਨੇ ਲੰਕਾ ਦਾ ਕਿਲਾ ਸਾੜ ਦਿੱਤਾ। ਦਾਦੀ ਲੈ ਲੰਕਾ ਗੜ, ਲੰਕਾ ਗੜ ਦਾ ਭਲਾ। ਉਪਾੜੀ ਲੈ ਰਾਵਣ ਬਣ। ਕਹਿੰਦੇ ਰਾਵਣ ਦਾ ਅਸ਼ੋਕ ਬਾਗ ਜੜਾਂ ਦੇ ਵਿੱਚੋਂ ਪੁੱਟ ਦਿੱਤਾ, ਜੜਾਂ ਤੋਂ ਪੁੱਟ ਦਿੱਤਾ। ਉਪਾੜੀ ਲੈ ਰਾਵਣ ਬਣ ਸਲ ਬਿਸਲ ਆਣ। ਕਹਿੰਦੇ ਦਰਦ ਦੂਰ ਕਰਨ ਵਾਲੀ ਬੂਟੀ ਲੈ ਕੇ ਆਇਆ, ਸੰਜੀਵਨੀ ਬੂਟੀ। ਸਲ ਦਾ ਅਰਥ ਦਰਦ, ਬਿਸਲ ਦਾ ਅਰਥ ਦਰਦ ਦੂਰ ਕਰਨ ਵਾਲੀ। ਸਲ ਬਿਸਲ ਆਣ ਤੋਖੀ ਲੈ ਹਰੀ। ਕਹਿੰਦੇ ਰਾਮਚੰਦਰ ਜੀ ਨੂੰ ਪ੍ਰਸੰਨ ਕੀਤਾ। ਫਿਰ ਕਹਿੰਦੇ ਕਰਮ ਕਰ ਕਸ਼ੌਟੀ ਮਫੀਟ ਸਰੀ। ਪਰ ਕਹਿੰਦੇ ਹਨੂਮਾਨ ਨੇ ਵੀ ਐਸਾ ਕੋਈ ਕਰਮ ਕੀਤਾ ਪਹਿਲਾਂ, ਕਹਿੰਦੇ ਉਹਦੇ ਕਰਮਾਂ ਦੇ ਵਿੱਚੋਂ ਕਸ਼ੌਟੀ ਦੂਰ ਨਾ ਹੋ ਸਕੀ। ਕਸ਼ੌਟੀ ਦਾ ਅਰਥ ਕੀ ਹੁੰਦਾ? ਕਛਣੀ, ਜਿਹਨੂੰ ਲੰਗੋਟ ਵੀ ਕਹਿ ਦਿੰਦੇ ਆ। ਕਹਿੰਦੇ ਇਹ ਲੰਗੋਟ ਵਾਲਾ ਕਰਮ, ਕਸ਼ੌਟੀ ਵਾਲਾ ਕਰਮ ਉਹਦਾ ਕੱਟਿਆ ਨਹੀਂ ਗਿਆ। ਭਾਵ ਹੋਰ ਕੱਪੜੇ ਨਹੀਂ ਪਾ ਸਕਿਆ, ਫਿਰ ਵੀ ਕੱਟਿਆ ਨਹੀਂ ਗਿਆ ਕਰਮ। ਭਾਵੇਂ ਕਹਿੰਦੇ ਉਹਨੇ ਲੰਕਾ ਦਾ ਕਿਲਾ ਸਾੜਿਆ, ਦਾਦੀ ਲੈ ਲੰਕਾ ਗੜ ਉਪਾੜੀ ਲੈ ਰਾਵਣ ਬਨ ਸਲ ਵਿਸਲ ਆਣ ਤੋਖੀ ਲੈ ਹਰੀ ਕਸ਼ੌਟੀ ਮਫੀਟਸ ਹਰੀ। ਉਹ ਕਰਮ ਕਿਹੜਾ? ਇਹਨਾਂ ਦੀ ਲਿਖਤੀ ਕਹਿੰਦੀ ਇਹ ਗੱਲ। ਉਹ ਕਰਮ ਕਿਹੜਾ? ਕਹਿੰਦੇ ਇੱਕ ਵਾਰੀ ਨਾ ਕਹਿੰਦੇ ਹਨੂਮਾਨ ਕਿਸੇ ਰਿਸ਼ੀ ਦੇ ਕੱਪੜੇ ਲੈ ਕੇ ਕਹਿੰਦੇ ਦਰਖਤ ਤੇ ਚੜ੍ਹ ਗਿਆ। ਉਹ ਇਸ਼ਨਾਨ ਕਰ ਰਿਹਾ ਸੀ ਨਦੀ ਦੇ ਵਿੱਚ। ਇਸ਼ਨਾਨ ਕਰਨ ਤੋਂ ਬਾਅਦ ਉਹ ਕਹਿਣ ਲੱਗਿਆ ਵੀ ਕਾਕਾ ਕੱਪੜੇ ਦੇ ਦੇ, ਮੈਂ ਇਸ਼ਨਾਨ ਕਰ ਲਿਆ, ਹੁਣ ਕੱਪੜੇ ਮੇਰੇ ਦੇ ਦੇ ਤੂੰ। ਇਹ ਕਹਿੰਦਾ ਦਿੰਦਾ ਨਹੀਂ। ਕਹਿੰਦੇ ਉਹਨੇ ਬਹੁਤ ਮਿੰਨਤਾਂ ਕੀਤੀਆਂ ਵੀ ਕਾਕਾ ਕੱਪੜੇ ਦੇ ਦੇ, ਤੂੰ ਮੈਨੂੰ ਬੇਪਰਦ ਨਾ ਕਰ, ਦੇਖ ਇਹ ਠੀਕ ਨਹੀਂ ਹੁੰਦਾ, ਮੈਂ ਇਸ਼ਨਾਨ ਕਰ ਲਿਆ, ਬਾਹਰ ਨਿਕਲਣਾ ਹੈ। ਇਹ ਕਹਿੰਦਾ ਨਾ, ਦਿੰਦਾ ਨਹੀਂ। ਦੇ ਹਵਾਲੇ ਕਹਿੰਦੇ ਫਿਰ ਕੀ ਹੋਇਆ? ਕਹਿੰਦੇ ਉਹ ਰਿਸ਼ੀ ਬਾਹਰ ਨਿਕਲਿਆ, ਕਹਿੰਦੇ ਇਹ ਦਰਖਤ ਤੇ ਚੜਿਆ ਹੋਇਆ ਸੀ। ਕਹਿੰਦੇ ਇਹ ਤੋਂ ਕੱਪੜੇ ਲੈਣ ਵਾਸਤੇ ਉਹ ਵੀ ਦਰਖਤ ਤੇ ਚੜ ਗਿਆ। ਕਹਿੰਦੇ ਇੱਕ ਟਾਹਣ ਤੋਂ ਦੂਜੇ ਟਾਹਣ ਤੇ ਛਾਲ ਮਾਰੇ, ਦੂਜੇ ਤੀਜੇ ਤੇ ਇਹਦਾ ਛਾਲਾਂ। ਕਹਿੰਦੇ ਉਹ ਰਿਸ਼ੀ ਕਹਿੰਦੇ ਗੁੱਸੇ ਵਿੱਚ ਆ ਗਿਆ। ਉਹ ਗੁੱਸੇ ਚ ਆ ਕੇ ਕਹਿੰਦਾ ਤੂੰ ਮੈਨੂੰ ਬੇਪਰਦ ਕੀਤਾ ਹੈ, ਜਾਂ ਤੂੰ ਵੀ ਤਨ ਤੇ ਕੋਈ ਕੱਪੜਾ ਨਹੀਂ ਪਾ ਸਕੇਗਾ, ਜਾਂ ਤੂੰ ਵੀ ਤਨ ਤੇ ਕੱਪੜਾ। ਕਹਿੰਦੇ ਜਦੋਂ ਇਦਾਂ ਕਿਹਾ, ਕਹਿੰਦੇ ਫਿਰ ਇਹਨੇ ਕੱਪੜੇ ਦਿੱਤੇ, ਨਾਲ ਕਿਹਾ ਰਿਸ਼ੀ ਤੁਸੀਂ ਤਾਂ ਗੁੱਸੇ ਹੋ ਸਦਾ ਸੀ ਜੀ, ਮੈਂ ਤਾਂ ਮਖੌਲ ਕਰਦਾ ਸੀ, ਹਾਏ ਤੁਸੀਂ ਮਿੰਨਤਾਂ ਕੀ ਕਹਿਤਾ। ਜਦੋਂ ਬਹੁਤੀਆਂ ਮਿੰਨਤਾਂ ਕੀਤੀਆਂ ਵੀ ਨਾ ਇਹ ਵਾਪਸ ਲਓ,
ਕਹਿੰਦੇ ਫਿਰ ਉਹਨੇ ਕਹਿਤਾ ਚੰਗਾ ਕੱਲਾ ਲੰਗੋਟ ਬੰਨ ਲਿਆ ਕਰੀ, ਹੋਰ ਨਹੀਂ ਕੋਈ ਕੱਪੜਾ ਪਾ ਸਕੇਗਾ, ਹੋਰ ਨਹੀਂ। ਕਹਿੰਦੇ ਇਸ ਕਰਕੇ ਕਹਿੰਦੇ ਹੋਰ ਕੱਪੜੇ ਨਹੀਂ ਪਾ ਸਕਿਆ, ਸਿਰਫ ਲੰਗੋਟ ਵਿੱਚ ਹੀ ਰਿਹਾ। ਇੰਨਾ ਕੁਝ ਕਰਨ ਤੋਂ ਬਾਅਦ ਵੀ ਕਹਿੰਦੇ ਦਾ ਲੰਗੋਟ ਵਾਲਾ ਕਰਮ ਕੱਟਿਆ ਨਹੀਂ ਗਿਆ, ਨਹੀਂ ਗਿਆ ਕੱਟਿਆ। ਸੋ ਇਦਾਂ ਇਹ ਹਵਾਲਾ ਦੇਤਾ ਵੀ ਕਰਮ, ਅਵਤਾਰ ਪੂਜਾ ਕਿਸੇ ਦਾ ਕਰਮ ਨਹੀਂ ਕੱਟ ਸਕਦੀ। ਤੇ ਫਿਰ ਸਾਰੇ ਹਵਾਲੇ ਦੇ ਕੇ ਆਖਰੀ ਬੰਦ ਵਿੱਚ ਕੀ ਕਹਿੰਦੇ ਭਗਤ ਤਰਲੋਚਨ ਜੀ, ਪੂਰਬਲੋ ਕ੍ਰਿਤ ਕਰਮਣਾ ਮਿਟੈਰੀ ਘਰ ਗੇਹਨ। ਦੇਖ ਲਾ ਮੇਰੀ ਘਰ ਦੀ ਜਿੰਦੜੀ, ਰੀ ਘਰ ਗੇਹਨ ਦਾ ਭਾਵ ਮੇਰੀ ਘਰ ਦੀ ਜਿੰਦੜੀ, ਭਾਵ ਮੇਰੀ ਜਿੰਦੜੀ। ਦੇਖ ਲਾ ਪਿਛਲਾ ਪਹਿਲਾਂ ਕੀਤਾ ਕਰਮ ਮਿਟਦਾ ਨਹੀਂ। ਪੂਰਬਲੋ ਕ੍ਰਿਤ ਕਰਮ, ਪੂਰਬਲੋ ਕ੍ਰਿਤ ਕਰਮ ਦਾ ਅਰਥ ਪਹਿਲਾਂ ਕੀਤਾ ਹੋਇਆ ਕਰਮ। ਪੂਰਬਲੋ ਕ੍ਰਿਤ ਕਰਮ ਮਿਟਦਾ ਨਹੀਂ, ਰੀ ਘਰ ਗੇਹਨ। ਆ ਦੇਖ ਲਾ ਮੇਰੀ ਘਰ ਦੀ ਜਿੰਦੜਗੇ, ਇਹ ਪਹਿਲਾਂ ਕੀਤਾ ਹੋਇਆ ਕਰਮ ਕਹਿੰਦੇ ਮਿਟਦਾ ਨਹੀਂ। ਪੂਰਬਲੋ ਕ੍ਰਿਤ ਕਰਮ ਨਾ ਮਿਟੈਰੀ ਘਰ ਗੇਹਨ, ਤਾਚੇ ਮੋਹੇ ਜਾਪੀ ਵਾਲੇ ਰਾਮ ਚੇ ਨਾਮੰ। ਕਹਿੰਦੇ ਤਾਂ ਹੀ ਤਾਂ ਮੈਂ ਸਰਬ ਵਿਆਪਕ ਪਰਮੇਸ਼ਰ ਨੂੰ ਯਾਦ ਕਰਦਾ ਹਾਂ। ਇੱਥੇ ਰਾਮਦੱਤ ਸਰਬ ਵਿਆਪਕ ਪਰਮੇਸ਼ਰ, ਦੂਜੀ ਪਰ ਜਿਹੜਾ ਅਰਥ ਆ ਗਿਆ। ਕਹਿੰਦੇ ਤਾਂ ਹੀ ਤਾਂ ਮੈਂ ਮਾਲਕ ਪਰਮੇਸ਼ਰ ਨੂੰ ਯਾਦ ਕਰਦਾ ਹਾਂ, ਭਾਵ ਕਿ ਭੰਡ ਨਹੀਂ ਕਰਦਾ ਵੀ ਸ਼ਿਵ ਜੀ ਪੂਜ ਲਾਂ, ਚੰਦਰਮਾ ਪੂਜ ਲਾਂ, ਸੂਰਜ ਪੂਜ ਲਾਂ, ਜਾਂ ਗਰੜ ਦੇਖ ਲਾਂ, ਵੀ ਜਾਂ ਤੀਰਥਾਂ ਤੇ ਨਹਾਲਾਂ, ਵੀ ਜਾਂ ਪੂਜਾ ਕਰ ਲਾਂ ਨਾ। ਤਾਂ ਹੀ ਤਾਂ ਭਗਤ ਤਰਲੋਚਨ ਜੀ ਕਹਿੰਦੇ ਮੈਂ ਸਿਰਫ ਸਰਬ ਵਿਆਪਕ ਪਰਮੇਸ਼ਰ ਨੂੰ ਯਾਦ ਕਰਦਾ ਹਾਂ। ਪੂਰਬਲੋ ਕ੍ਰਿਤ ਕਰਮ ਨਾ ਮਿਟੈਰੀ ਘਰ ਗੇਹਨ, ਤਾਚੇ ਮੋਹੇ ਜਾਪੀ ਵਾਲੇ ਰਾਮ ਚੇ ਨਾਮੰ। ਬਾਦਤ ਤਰਲੋਚਨ ਰਾਮ ਜੀ। ਇਸੇ ਕਰਕੇ ਮੈਂ ਸਰਬ ਵਿਆਪਕ ਮਾਲਕ ਜੀ ਨੂੰ ਹੀ ਯਾਦ ਕਰਦਾ ਹਾਂ, ਭਾਵ ਕੋਈ ਕਿਸੇ ਦਾ ਕਰਮ ਨਹੀਂ ਕੱਟ ਸਕਦਾ। ਇੱਕ ਮਾਲਕ ਪਰਮੇਸ਼ਰ ਨਾਲ ਜੁੜ ਕੇ ਬਖਸ਼ਿਸ਼ ਹੋ ਜਾਂਦੀ ਹੈ। ਬੋਲੋ ਸਤਨਾਮ। ਸਾਰਾ ਨਿਚੋੜ ਫਿਰ ਦੇ ਦਿੱਤਾ ਵੀ ਨਾ ਸੂਰਜ ਦੀ ਪੂਜਾ ਕਿਸੇ ਦਾ ਕਰਮ ਕੱਟੇ, ਨਾ ਬਾਹਰੀ ਤੀਰਥਾਂ ਤੇ ਨਹਾ ਕੇ, ਨਾ ਸ਼ਿਵ ਜੀ ਨੂੰ ਪੂਜ ਕੇ, ਨਾ ਸੂਰਜ ਨੂੰ ਪੂਜ ਕੇ। ਆਪਾਂ ਸਾਰਾ ਸਮਝ ਹੀ ਲਿਆ, ਨਾ ਕੋਈ ਪਾਰ ਜਾਤ, ਨਾ ਕੋਈ ਕਾਮ ਧੇਣ, ਨਾ ਕੋਈ, ਇਹ ਤਾਂ ਸਭ ਗੱਲਾਂ ਬਾਤਾਂ ਨੇ। ਇੱਕ ਮਾਲਕ ਪਰਮੇਸ਼ਰ ਦੀ ਬਖਸ਼ਿਸ਼ ਹੁੰਦੀ ਹੈ, ਉਸ ਮਾਲਕ ਨਾਲ ਜੁੜ ਗਏ, ਉਹਦੀ ਸ਼ਰਨ ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਮਾਲਕ ਦੀ ਸ਼ਰਨ ਪੈ ਜਾਈਏ, ਬਸ ਉਹ ਮਾਲਕ ਬਖਸ਼ਣ ਹਾਰ ਹੈ। ਕੇਵਲ ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ। ਸਤਸੰਗ ਵਿੱਚ ਆ ਕੇ ਬਖਸ਼ਿਸ਼ ਹੁੰਦੀ ਹੈ।